नाजरीन सलाम अलैकुम सत श्री अकाल ते नमस्कार। जिस तरह कि तुहानू पता ही है कि असीं हर वीक ई आवाज़ के उपर माइंड एंड बॉडी प्रोग्राम लैके तुहाडी खिदमत दे विच शामिल हुंदे आ, हाज़र हुंदे आ। ये जिहड़ा साडा प्रोग्राम है माइंड एंड बॉडी, ये BNC मैडिकल सेंटर के ताबन दे नाल उन्हां दे सहयोग दे नाल पेश किया जाता है। जिहड़ा कि ये जिहड़ा मैडिकल सेंटर है BNC, ये ब्रैम्पटन दे विच एक बहुत बड़ा मैडिकल सेंटर है, जिहदे विच अंडर द सेम रूफ वी आर प्रोवाइडिंग लाइक फिजियोथेरेपी एंड कैरोप्रैक्टिस सर्विसेज। We have urgent care, walk-in clinic and family practice. At the same time, we have blood lab which open 7 days a week. We have counseling services. We have IDA pharmacy which also open 365 days a week. Not only that, we have our BNC Vision Center. We have 4 eye doctors as well as we have opticians. So if you need any type of glasses or you need any eye checkup, you can visit and we can make an appointment and everything will be solved. So ये ਜਿਹੜੀ ਸਾਡਾ BNC ਮੈਡੀਕਲ ਸੈਂਟਰ ਹੈ, ਇਹਦੇ ਤਾਬਨ ਦੇ ਨਾਲ ਹੀ ਅਸੀਂ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਜਿੱਥੇ ਅਸੀਂ ਮਾਈਂਡ ਦੇ ਉੱਤੇ ਗੱਲ ਕਰਦੇ ਹਾਂ, ਉੱਥੇ ਹੈਲਥ ਨਾਲ ਰਿਲੇਟਡ ਜਿੰਨੀਆਂ ਵੀ ਕੋਈ ਪ੍ਰੋਬਲਮ ਨੇ ਉਹਦੇ ਉੱਤੇ ਗੱਲਬਾਤ ਕਰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਸਾਡਾ ਇਹ TV ਤੇ ਹੀ ਨਹੀਂ ਆਉਂਦਾ, ਸਿਰਫ ਇਸ ਤੋਂ ਇਲਾਵਾ ਅਸੀਂ ਹਰ ਮੰਡੇ 7:70 AM ਦੇ ਉੱਪਰ ਲਾਈਵ ਜਿਹੜਾ ਹੈਗਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਲਾਸਟ ਵੀਕ ਸਾਡੇ ਸਟੂਡੀਓ ਦੇ ਵਿੱਚ ਮਿਸਟਰ ਅਗਰਵਾਲ ਆਏ ਸੀਗੇ, ਜਿਹੜੇ ਕਿ ਹੀ ਇਜ਼ ਏ CPA ਐਜ਼ ਵੈਲ ਐਜ਼ ਹੀ ਇਜ਼ ਏ CA ਚਾਰਟਰਡ ਅਕਾਊਂਟੈਂਟ ਸੀ। ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਡਿਟੇਲ ਦੇ ਵਿੱਚ ਅਕਾਊਂਟਸ ਦੇ ਬਾਰੇ ਕਿ ਗਵਰਨਮੈਂਟ ਨੂੰ ਕਿਸ ਤਰ੍ਹਾਂ ਦੇ ਟੈਕਸ ਦਿੱਤੇ ਜਾਂਦੇ ਨੇ, ਕੀ ਲੂਪ ਹੋਲਸ ਨੇ, ਕੀ ਸਾਨੂੰ ਪ੍ਰੀਕਾਸ਼ਨ ਕਰਨੇ ਚਾਹੀਦੇ ਨੇ। ਪਰ ਅੱਜ ਸਾਡੇ ਸਟੂਡੀਓ ਦੇ ਵਿੱਚ 2 ਯੰਗ ਗਰਲਸ ਆਈਆਂ ਨੇ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਉੱਪਰ ਹੀ ਕੰਮ ਕਰਦੀਆਂ ਨੇ। ਉਹਨਾਂ ਦਾ ਜਿਹੜਾ ਮੇਨ ਹੈ, ਇੱਕ ਹੈਗੀ ਇੰਦਰਪ੍ਰੀਤ ਜਿਹੜੀ ਕਿ ਮੈਨੇਜਰ ਹੈ, ਤੇ ਦੂਸਰੀ ਹੈਗੀ ਸਰੂ ਸ਼ਰਮਾ, ਸੌਰੀ ਸੱਸੇ ਦੇ ਵਿੱਚ ਕਈ ਵਾਰੀ ਭੁਲੇਖਾ ਲੱਗ ਜਾਂਦਾ ਹੈ, ਸਰੂ ਸ਼ਰਮਾ। ਸੋ ਉਹ ਵੀ ਪਹਿਲਾਂ ਮੈਨੇਜਰ ਹੁੰਦੇ ਸੀ, ਹੁਣ ਵੀ ਨੇ, ਬੜੇ ਸਭ ਤੋਂ ਪੁਰਾਣੇ ਸਾਡੇ ਸਟਾਫ ਮੈਂਬਰ ਨੇ। ਸੋ ਬਿਫੋਰ ਆਈ ਗੋ ਐਂਡ ਆਸਕ ਦੈਮ ਕਪਲ ਆਫ ਕੁਐਸਚਨ, ਲੈਟ ਮੀ ਵੈਲਕਮ ਇੰਦਰ ਜੀ, ਵੈਲਕਮ, ਤੇ ਸਰੂ ਜੀ ਵੈਲਕਮ। ਤੇ ਤੁਸੀਂ ਜਿੰਨਾ ਮਰਜ਼ੀ ਹੱਸ ਲਿਓ, ਕੋਈ ਪ੍ਰੋਬਲਮ ਨਹੀਂ, ਆਪਣੇ ਘਰ ਵਾਲਾ ਪ੍ਰੋਗਰਾਮ ਹੈ। ਸੋ ਤੁਸੀਂ ਪਹਿਲਾਂ ਇੰਦਰ ਮੈਨੂੰ ਦੱਸੋ ਵੀ ਤੁਸੀਂ ਤੁਹਾਡੀ ਬੈਕਗਰਾਉਂਡ ਕੀ ਹੈ, ਰਾਈਟ? ਕਿਉਂਕਿ ਮੈਨੂੰ ਪਤਾ ਵੀ ਤੁਸੀਂ ਸ਼ਾਇਦ ਸਰੂ ਤਾਂ ਬਹੁਤ ਬਾਬੇ ਵੋਟ ਦੇ ਟਾਈਮ ਤੇ ਆਈ ਹੋਈ ਹੈ, ਪਰ ਤੁਸੀਂ ਆਪਣੇ ਬਾਰੇ ਦੱਸੋ ਵੀ ਇੰਡੀਆ 'ਚ ਤੁਹਾਡੀ ਕੀ ਬੈਕਗਰਾਉਂਡ ਹੈ, ਕੀ ਕੁਆਲੀਫਿਕੇਸ਼ਨ ਹੈ, ਕਦੋਂ ਇੱਥੇ ਕੰਮ ਸ਼ੁਰੂ ਕੀਤਾ? ਥੈਂਕ ਯੂ ਸਰ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਸੋ ਬੇਸਿਕਲੀ ਮੈਂ ਲੁਧਿਆਣੇ ਤੋਂ ਹਾਂ, ਫਰੋਮ ਇੰਡੀਆ, ਤੇ ਮੇਰਾ ਬੈਕਗਰਾਉਂਡ ਐਜ਼ ਅ ਨਰਸ ਹੈ। BSc ਨਰਸਿੰਗ ਕੀਤੀ ਹੈ ਕਾਲਜ ਤੋਂ, ਐਂਡ ਦੈਨ ਆਈ ਵਾਸ ਟੀਚਿੰਗ ਦ ਨਰਸਿਸ, ਆਈ ਵਾਸ ਅ ਕਲੀਨਿਕਲ ਇੰਸਟਰਕਟਰ ਦੇਅਰ। ਉਸ ਤੋਂ ਬਾਅਦ 2017 ਅਕਤੂਬਰ ਦੇ ਵਿੱਚ ਮੈਂ ਕੈਨੇਡਾ ਆਈ ਹਾਂ, ਥੋੜੀ ਸਰਟੀਫਿਕੇਸ਼ਨਸ ਕੀਤੀਆਂ ਇੱਥੇ ਆ ਕੇ, ਐਂਡ ਦੈਨ ਅਕਤੂਬਰ 2018 ਦੇ ਵਿੱਚ ਮੈਂ BNC ਅਰਜੈਂਟ ਕੇਅਰ ਜੁਆਇਨ ਕੀਤਾ ਸੀ। ਓਕੇ, ਤੋ ਸਰੂ ਜੀ ਤੁਸੀਂ ਕੀ ਦੱਸੋਗੇ ਇਹਦੇ ਬਾਰੇ? ਹਾਂਜੀ, ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਐਂਡ BNC ਦੀ ਟੀਮ ਵੱਲੋਂ ਪਿਆਰ ਭਰੀ ਨਮਸਤੇ। ਮੈਂ ਪੰਜਾਬ ਤੋਂ ਆ, ਨੂਰ ਮਹਿਲ, ਇਹ ਡਿਸਟ੍ਰਿਕਟ ਜਲੰਧਰ ਦੇ ਵਿੱਚ ਆਂਦਾ ਆ, ਤੇ ਮੈਂ 2007 ਦੇ ਵਿੱਚ ਕੈਨੇਡਾ ਆਈ ਸੀ ਫਸਟ ਟਾਈਮ। ਇੰਡੀਆ ਮੈਂ MA ਕੀਤੀ ਹੋਈ ਸੀ ਇੰਗਲਿਸ਼ ਦੀ, ਤੇ ਇੱਥੇ ਆ ਕੇ ਮੈਂ ਲੈਬ ਟੈਕਨੀਸ਼ੀਅਨ ਦਾ ਕੋਰਸ ਕੀਤਾ। ਸੋ 2017 ਤੋਂ ਜਦੋਂ ਤੋਂ BNC ਅਰਜੈਂਟ ਕਲੀਨਿਕ ਸਟਾਰਟ ਹੋਇਆ, ਉਸ ਦੇ ਫਸਟ ਡੇ ਤੋਂ ਮੈਂ ਉੱਥੇ ਕੰਮ ਕਰ ਰਹੀ ਹਾਂ, ਐਂਡ ਪਿਛਲੇ 10 ਸਾਲਾਂ ਤੋਂ ਮੈਂ ਮੈਡੀਕਲ ਫੀਲਡ ਦੇ ਵਿੱਚ ਆ। ਓਕੇ, ਸੋ ਇੰਦਰ ਜੀ ਤੁਸੀਂ ਦੱਸੋਗੇ ਵੀ ਤੁਸੀਂ ਆਪਣਾ ਸਟicker ਲਾਇਆ ਦੇ ਤੇ ਲਿਖਿਆ ਹੋਇਆ ਇੰਦਰਪ੍ਰੀਤ ਕੌਰ ਮੈਨੇਜਰ। ਸੋ ਮੈਨੇਜਰ ਤੁਸੀਂ BNC ਮੈਡੀਕਲ ਸੈਂਟਰ ਦੇ ਵਿੱਚੋਂ, ਐਜ਼ ਏ ਮੈਨੇਜਰ ਤੁਹਾਡੀਆਂ ਕਿਹੜੀਆਂ ਰਿਸਪੌਂਸਿਬਿਲਿਟੀਜ਼? ਸੋ ਐਜ਼ ਅ ਮੈਨੇਜਰ, ਮੈਨੇਜਿੰਗ ਐਨੀ ਕਲੀਨਿਕ, ਐਨੀ ਸਰਵਿਸਿਜ਼ ਇਜ਼ ਨਾਟ ਈਜ਼ੀ। ਸੌਖਾ ਨਹੀਂ ਹੈ, ਔਖਾ ਵੀ ਨਹੀਂ ਹੈ, ਆਪਾਂ ਕਹਿ ਸਕਦੇ। ਮੈਨੇਜ ਕਰਨਾ ਸਟਾਫ ਨਰਸਿਸ ਦਾ ਕੀ ਸਕੈਜੂਲ ਹੈ, ਉਹਨਾਂ ਨੇ ਡੇਲੀ ਰੂਟੀਨ ਦੇ ਵਿੱਚ ਕੀ ਡਿਊਟੀਜ਼ ਕਰਨੀਆਂ ਨੇ ਆਪਣੀਆਂ, ਕੋਈ ਇਹੋ ਜਿਹੀ ਡਿਊਟੀ ਤਾਂ ਨਹੀਂ ਜਿਹੜੀ ਆਪਾਂ ਸਕਿਪ ਕਰ ਜਾਈਏ। ਮਾਰਨਿੰਗ ਸਟਾਫ ਨੇ ਕੀ ਕਰਨਾ ਹੈ, ਈਵਨਿੰਗ ਸਟਾਫ ਨੇ ਕੀ ਕਰਨਾ ਹੈ, ਕਿਵੇਂ ਉਹਨਾਂ ਨੇ ਰੋਟੇਟ ਕਰਨਾ ਹੈ, ਇਹ ਸਾਰੀ ਮੇਰੀ ਡਿਊਟੀਜ਼ ਦੇ ਅੰਡਰ ਆਉਂਦੇ ਹੈ। ਤੇ ਸਰੂ ਜੀ ਤੁਹਾਨੂੰ ਪਤਾ ਹੋਊਗਾ ਵੀ ਜਿਹੜਾ BNC ਮੈਡੀਕਲ ਸੈਂਟਰ ਹੈ, ਇਹਦੇ ਵਿੱਚ ਕਿੰਨੇ ਡਾਕਟਰਸ ਨੇ? ਸਾਡੇ ਕੋਲ 4 ਡਾਕਟਰ ਹੈਗੇ ਆ, 2 ਲੇਡੀ ਡਾਕਟਰ, 2 ਮੇਲ ਡਾਕਟਰ। ਸੋ ਮੋਸਟਲੀ ਸਾਡੇ ਇੱਦਾਂ ਹੁੰਦਾ, 1 ਮੇਲ ਡਾਕਟਰ, 1 ਫੀਮੇਲ ਡਾਕਟਰ। ਮੋਸਟਲੀ ਕਈ ਵਾਰ
ਵਾਰ ਪੇਸ਼ੈਂਟ ਕਹਿ ਦਿੰਦੇ ਅਸੀਂ ਲੇਡੀ ਡਾਕਟਰ ਨੂੰ ਹੀ ਦੇਖਣਾ। ਸੋ ਅਸੀਂ ਸਕੇਜੂਲ ਇਸ ਤਰ੍ਹਾਂ ਦਾ ਰੱਖੀਦਾ ਹੈ ਕਿ ਹਰ ਤਰ੍ਹਾਂ ਦਾ ਪੇਸ਼ੈਂਟ, ਜੇ ਕੋਈ ਲੇਡੀ ਡਾਕਟਰ ਲਈ ਆਂਦਾ ਉਹਨਾਂ ਨੂੰ ਵਾਪਸ ਨਾ ਭੇਜ ਸਕੀਏ, ਉਹ ਵੀ ਉਸੇ ਟਾਈਮ ਦੇਖ ਲੈਣ। 2 ਸਾਡੇ ਕੋਲ ਇੰਡੀਅਨ ਡਾਕਟਰ ਆ, 1 ਸ਼੍ਰੀਲੰਕਨ ਆ। ਸੋ ਉਹ ਜਿਹੜੇ ਸਾਡੇ ਤਮਿਲ ਪੇਸ਼ੈਂਟ ਆ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਆ। ਤੇ 1 ਸਾਡੇ ਕੋਲ ਹੈਗੇ ਆ ਮਿਡਲ ਈਸਟ ਡਾਕਟਰ ਅਲ ਸ਼ਾਹਬੀ। ਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਇਹ ਤਾਂ ਹੋ ਗਈ ਤੁਹਾਡੀ ਮੈਡੀਕਲ ਸੈਂਟਰ ਦੀ ਗੱਲ। ਜਿਹੜਾ ਇਹ ਮੈਡੀਕਲ ਸੈਂਟਰ ਹੈ ਇਹ ਇੰਦਰ 365 ਦਿਨਾਂ ਦੀ ਬੜੀ ਅਸੀਂ ਐਡਵਰਟਾਈਜ਼ਮੈਂਟ ਕਰਦੇ ਹਾਂ ਕਿ 365 ਦਿਨ ਖੁੱਲ੍ਹਦਾ ਹੈ, ਜਦੋਂ ਕਿ ਬਹੁਤ ਸਾਰੀਆਂ ਬਰਾਦਰ 99% ਜਿਹੜੀਆਂ ਕਲੀਨਿਕਸ ਨੇ ਉਹ 7 ਡੇਜ਼ ਏ ਵੀਕ ਖੁੱਲ੍ਹਦੀਆਂ ਨੇ। ਸੋ ਲੋਕਾਂ ਨੂੰ ਥੋੜਾ ਜਿਹਾ ਕਨਫਿਊਜ਼ਨ ਹੈ ਵੀ ਜਦੋਂ 7 ਦਿਨ ਖੁੱਲ੍ਹਦੀਆਂ ਨੇ ਮੰਡੇ ਟੂ ਸੰਡੇ, ਫਿਰ 365 ਤੁਸੀਂ ਕਿਉਂ, ਕੀ ਡਿਫਰੈਂਸ ਕੀ ਹੈ ਇਹਨਾਂ ਦਾ? ਸੋ ਅਸੀਂ 365 ਦਿਨ ਕਿਉਂ ਮੈਂਸ਼ਨ ਕਰਦੇ ਹਾਂ, ਕਿਉਂਕਿ ਅਸੀਂ ਲੌਂਗ ਵੀਕਐਂਡ ਵਾਲੇ ਦਿਨ ਵੀ ਓਪਨ ਹੁੰਦੇ ਆ। ਚਾਹੇ ਸਾਡੇ ਆਵਰਸ ਕਪਲ ਆਫ ਆਵਰਸ ਹੁੰਦੇ ਆ, ਬਟ ਸਟਿਲ ਵੀ ਓਪਨ ਔਨ ਲੌਂਗ ਵੀਕਐਂਡ। ਕਿਉਂਕਿ ਜਨਰਲੀ ਕੀ ਹੁੰਦਾ, ਕੋਈ ਬਿਮਾਰ ਹੋ ਗਿਆ ਫਿਰ ਉਹ ਕੀ ਕਰਦੇ ਨੇ, ਰਸ਼ ਕਰਦੇ ਨੇ ਹਸਪੀਟਲ ਵੱਲ, ਕਿਉਂਕਿ ਕੋਈ ਕਲੀਨਿਕ ਓਪਨ ਨਹੀਂ ਹੋ ਰਿਹਾ ਤੇ ਹਸਪੀਟਲਸ ਦੇ ਵਿੱਚ ਕਾਫੀ ਲੰਬੀ ਲਾਈਨ ਹੁੰਦੀ ਹੈ। ਸੋ ਦ ਬੈਸਟ ਪਾਰਟ ਆਫ PNC ਅਰਜੈਂਟ ਕੇਅਰ ਇਸ ਕਿ ਅਸੀਂ ਲੌਂਗ ਵੀਕਐਂਡ ਵਾਲੇ ਦਿਨ ਵੀ ਓਪਨ ਆ। ਤੁਸੀਂ ਉਸ ਦਿਨ ਵੀ ਆ ਕੇ ਸਾਡੇ ਕੋਲ ਚੈੱਕਅਪ ਵਗੈਰਾ ਕੁਝ ਵੀ ਕਰਵਾ ਸਕਦੇ। ਸੋ ਸਰੂ ਜੀ, ਜਿਹੜੀ ਤੁਹਾਡੀ ਬਲੱਡ ਲੈਬ ਹੈ ਇਹ ਮੈਨੂੰ ਦੱਸੋਗੇ ਵੀ ਕਦੋਂ ਖੁੱਲਦੀ ਹੈ, ਤੇ ਇਹ ਵੀ 365 ਦਿਨ ਖੁੱਲਦੀ ਹੈ ਕਿ 7 ਡੇਜ਼ ਹੈ? ਇਹ 7 ਡੇਜ਼ ਆ। ਲੌਂਗ ਵੀਕਐਂਡ ਤੇ ਅਸੀਂ ਖੋਲ ਸਕਦੇ ਹਾਂ, ਪਰ ਬਾਕੀ ਲੈਬਸ ਬੰਦ ਹੋਣ ਕਰਕੇ ਸਾਡੇ ਕੋਲ ਸਪੈਸੀਮਨਸ ਦਾ ਪਿਕਅਪ ਨਹੀਂ ਹੁੰਦਾ। ਇਸ ਕਰਕੇ ਸਾਨੂੰ ਬੰਦ ਕਰਨੀ ਪੈਂਦੀ, ਕਿਉਂਕਿ ਅਸੀਂ 2-3 ਦਿਨ ਸਪੈਸੀਮਨਸ ਉੱਥੇ ਨਹੀਂ ਰੱਖ ਸਕਦੇ। ਤਦ ਕਰਕੇ ਵੈਸੇ ਮੰਡੇ ਟੂ ਸੰਡੇ ਤੱਕ ਐਵਰੀ ਡੇ 9 ਵਜੇ ਸਵੇਰੇ ਖੁੱਲ ਜਾਂਦੀ ਆ। ਡਿਊਰਿੰਗ ਵੀਕ ਇਹ 9 ਤੋਂ 5:30 ਤੱਕ ਹੁੰਦੀ ਆ। ਜੇ ਕਿਸੇ ਨੇ ਕੰਮ ਤੋਂ ਬਾਅਦ ਵੀ ਬਲੱਡ ਟੈਸਟ ਲਈ ਆਉਣਾ ਉਹ ਆ ਸਕਦੇ ਆ। ਤੇ ਵੀਕਐਂਡ ਤੇ ਇਹ 9 ਤੋਂ 12 ਹੁੰਦੀ ਆ, ਸੈਟਰਡੇ ਸੰਡੇ ਦੋਨੋਂ ਦਿਨ। ਸੋ 7 ਡੇਜ਼। ਸੋ ਇੰਦਰ, ਤੁਸੀਂ ਹੁਣ ਮੈਨੂੰ ਦੱਸੋਗੇ ਵੀ ਜਿਹੜਾ BNC ਮੈਡੀਕਲ ਸੈਂਟਰ ਹੈ, ਮੋਟੀਆਂ ਦੇ ਵਿੱਚ ਇੱਕੋ ਛੱਤ ਦੇ ਥੱਲੇ ਕਿਹੜੀਆਂ ਕਿਉਂਕਿ ਤੁਸੀਂ ਉੱਥੇ ਰਹਿਣੀ ਹੋ, ਤੁਹਾਨੂੰ ਸਰਵਿਸਿਜ਼ ਵੀ ਅਸੀਂ ਕਿਹੜੀਆਂ ਪੇਸ਼ੈਂਟ ਨੂੰ ਪ੍ਰੋਵਾਈਡ ਕਰਦੇ ਹਾਂ? ਸੋ BNC ਅਰਜੈਂਟ ਕੇਅਰ ਦੇ ਵਿੱਚ ਸਾਡੇ ਕੋਲ ਫਾਰਮੇਸੀ ਵੀ ਹੈ, ਆਪਟੀਕਲ ਸੈਂਟਰ ਵੀ ਹੈ, ਰਿਹੈਬ ਸੈਂਟਰ ਵੀ ਹੈ, ਐਂਡ ਦ ਪਲੱਸ ਪੁਆਇੰਟ ਇਜ਼ ਸਾਡੇ ਕੋਲ ਕਾਉਂਸਲਿੰਗ ਸਰਵਿਸਿਜ਼ ਵੀ ਨੇ ਇੱਥੇ। ਸਾਡੇ ਕੋਲ ਡਾਕਟਰ ਫੈਨੀ ਨੇ ਇੱਥੇ ਜਿਹੜੇ ਕਿ ਕਾਉਂਸਲਿੰਗ ਪ੍ਰੋਵਾਈਡ ਕਰਦੇ ਆ। ਐਂਡ ਇਨ BNC ਅਰਜੈਂਟ ਕੇਅਰ ਅਸੀਂ ਵਾਕ ਇਨ ਕਲੀਨਿਕ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਲਾਈਕ ਅਸੀਂ ECG, ਜਿਹੜੇ ਸੂਚਰਿੰਗ ਸਟਿਚਸ ਵਗੈਰਾ ਹੁੰਦੇ ਉਹ ਸਾਰਾ ਕੁਝ ਕਰਦੇ ਹਾਂ। ਡਰੈਸਿੰਗ ਹੋ ਗਈ, ਕਿਸੇ ਕੋਈ ਪੇਸ਼ੈਂਟ ਫ੍ਰੈਕਚਰ ਵਾਲਾ ਆਇਆ ਉਹ ਵੀ ਡਾਕਟਰਸ ਦੇਖਦੇ ਨੇ ਇੱਥੇ। ਐਲਰਜੀ ਟੈਸਟਿੰਗ ਹੋ ਗਈ, ਇਹ ਸਾਰਾ ਕੁਝ ਅਸੀਂ ਇੱਥੇ ਕਰਦੇ ਹਾਂ। ਤੇ ਸਾਡੇ ਕੋਲ ਇੱਕ ਡਰਮਟੋਲੋਜਿਸਟ ਵੀ ਐਵਰੀ ਮੰਥ ਆਉਂਦੇ ਆ। ਤੇ ਕਈ ਵਾਰ ਡਰਮਟੋਲੋਜਿਸਟ ਦੀ ਅਪਾਇੰਟਮੈਂਟ ਲੈਣੀ ਹੋਵੇ ਬਹੁਤ ਟਾਈਮ ਲੱਗ ਜਾਂਦਾ, 2 ਮਹੀਨੇ 3 ਮਹੀਨੇ ਸਾਡੇ ਐਵਰੀ ਮੰਥ ਆਉਂਦੇ ਆ। ਕਈ ਵਾਰ ਉਹ ਟਵਾਈਸ ਅ ਮੰਥ ਵੀ ਆਉਗੇ। ਸੋ ਸਰੂ, ਤੁਸੀਂ ਬਹੁਤ ਵਧੀਆ ਗੱਲ ਦੱਸੀ ਵੀ ਡਰਮਟੋਲੋਜਿਸਟ ਜਿਹੜੇ ਆ ਆਮ ਬੰਦੇ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਦਾ, ਉਹਨੂੰ ਕਹਿੰਦੇ ਚਮੜੀ ਦੀਆਂ ਜਿਹੜੀਆਂ ਬਿਮਾਰੀਆਂ ਨੇ ਜਾਂ ਸਕਿਨ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹਦੇ ਸਪੈਸ਼ਲਿਸਟ ਨੇ, ਰਾਈਟ? ਹਾਂਜੀ। ਸੋ ਜਦੋਂ ਅਸੀਂ ਸਪੈਸ਼ਲਿਸਟ ਨਾਲ ਬਾਹਰ ਜਾ ਕੇ ਡਾਕਟਰ ਦੀ ਰੈਫਰ ਲੈ ਕੇ ਬਣਾਉਣਾ, ਕਈ ਵਾਰੀ 6 ਮਹੀਨੇ 7 ਮਹੀਨੇ 8 ਮਹੀਨੇ ਲੱਗ ਜਾਂਦੇ ਨੇ, ਪਰ ਇੱਥੇ ਤਕਰੀਬਨ 3-4 ਵੀਕਾਂ ਦੇ ਵਿੱਚ ਜਾਂ 2-3 ਵੀਕਾਂ ਦੇ ਵਿੱਚ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਤੁਸੀਂ ਸਿੱਧਾ BNC ਮੈਡੀਕਲ ਸੈਂਟਰ 'ਚ ਆ ਕੇ ਉਹਨਾਂ ਡਾਕਟਰ ਸਾਹਿਬ ਨੂੰ ਦਿਖਾ ਸਕਦੇ ਹੋ। ਸੋ ਇਹਦਾ ਕੀ ਕ੍ਰਾਈਟੇਰੀਆ ਹੁੰਦਾ ਕਿ ਤੁਸੀਂ ਆ ਕੇ ਆਪਣੇ ਡਾਕਟਰ ਨੂੰ ਮਿਲੋ, ਠੀਕ ਹੈ, ਡਾਕਟਰ ਤੋਂ ਰੈਫਰਲ ਲਓ ਐਂਡ ਦੈਨ ਯੂ ਕੈਨ ਸੀ ਉਹ ਜਿਹੜੇ ਸਕਿਨ ਸਪੈਸ਼ਲਿਸਟ ਡਾਕਟਰ ਨੇ। ਤੁਸੀਂ ਕਿਸੇ ਸਪੈਸ਼ਲਿਸਟ ਲਈ ਵਾਕ ਇਨ ਨਹੀਂ ਕਰ ਸਕਦੇ ਕਿ ਹਾਂ ਤੁਸੀਂ ਆਏ ਕਿ ਅਸੀਂ ਜੀ ਡਰਮੇਟੋਲੋਜਿਸਟ ਨੂੰ ਦੇਖਣਾ। ਉਹਦੇ ਲਈ ਕ੍ਰਾਈਟੇਰੀਆ ਹੁੰਦਾ ਤੁਸੀਂ ਡਾਕਟਰ ਕੋਲ ਜਾਓ, ਆਪਣਾ ਰੈਫਰਲ ਬਣਵਾਓ ਤੇ ਡਰਮੇਟੋਲੋਜਿਸਟ ਨੂੰ ਦੇਖੋ। ਹੁਣ ਆਪਾਂ ਤੁਹਾਡੇ ਜਿਹੜਾ ਐਕਚੁਅਲ ਜਿਹੜਾ ਪ੍ਰੋਫੈਸ਼ਨ ਹੈ ਬਲੱਡ ਦਾ, ਉਹਦੇ ਬਾਰੇ ਗੱਲ ਕਰਦੇ ਹਾਂ। ਮੈਨੂੰ ਥੋੜੀ ਜਿਹੀ ਜੇ ਮੈਂ ਕੋਈ ਭੁੱਲ ਜਾ ਤੁਸੀਂ ਆਪ ਵੀ ਦੱਸ ਸਕਦੇ। ਸੋ ਇੱਕ ਤਾਂ ਗੱਲ ਇਹ ਹੈ ਵੀ ਮੈਂ ਵੀ ਉੱਥੇ ਗੇੜਾ ਕੱਢਦਾ ਹੁੰਦਾ, ਵਾਸ਼ਰੂਮ ਜਾਣ ਲੱਗੇ ਕਦੇ ਨਾ ਕਦੇ ਦੇਖਦਾ ਹੁੰਦਾ ਵੀ ਤੁਸੀਂ ਬਹੁਤ ਸਾਰੇ ਕਈ ਵਾਰੀ ਪੇਸ਼ੈਂਟ ਦਾ ਭਾਰ ਵੀ ਤੋਲਦੇ ਹੋ, ਉਹਨਾਂ ਦਾ ਉੱਥੇ ਬਲੱਡ ਲੈਬ, ਕਿਉਂਕਿ ਬਲੱਡ ਲੈਬ ਤੁਹਾਡੀ ਬਹੁਤ ਵੱਡੀ ਹੈ। ਮੈਂ ਇੱਥੇ ਬਰੈਂਪਟਨ 'ਚ ਰਹਿੰਦੇ ਨੂੰ ਆਲਮੋਸਟ 32 ਇਅਰਸ ਹੋ ਗਏ, 33 ਇਅਰਸ। ਸੋ ਮੈਨੂੰ ਐਡੀ ਕਿ ਵੱਡੀ ਬਲੱਡ ਲੈਬ ਕਦੇ ਮਿਲੀ ਨਹੀਂ ਹੈ, ਛੋਟੀ ਹੁੰਦੀ ਹੈ, ਪਰ ਇੱਥੇ ਪੂਰੀ 10/20 ਦੀ ਤੁਸੀਂ ਬਲੱਡ ਲੈਬ ਬਣਾਈ ਹੈ। ਤੇ ਉਹਦੇ ਵਿੱਚ ਮੈਂ ਕਈ ਵਾਰੀ ਜੋ ਜਾਨਣਾ ਲੰਘਦਾ ਦੇਖਦਾ ਤੁਸੀਂ ਕਈ ਵਾਰੀ ਭਾਰ ਤੋਲ ਰਹੇ ਹੁੰਦੇ ਹੋ, ਕਈ ਵਾਰੀ ਕਿਸੇ ਦਾ ਬਲੱਡ ਪ੍ਰੈਸ਼ਰ ਚੈੱਕ ਕਰ ਰਹੇ ਹੋ। ਓਨੈਸਟਲੀ ਸਪੀਕਿੰਗ ਮੇਰਾ ਅੱਜ ਤੱਕ ਮੇਰੇ ਫੈਮਿਲੀ ਡਾਕਟਰ ਨੇ ਕਦੇ ਨਹੀਂ ਚੈੱਕ ਕੀਤਾ। ਪਰ ਇਹ ਕਿਉਂ ਤੁਸੀਂ ਇੱਥੇ ਚੈੱਕ ਕਰਦੇ ਹੋ, ਕਿਉਂ ਜ਼ਰੂਰਤ ਹੈ? ਓਕੇ, ਅਸੀਂ ਇੱਕ ਤਾਂ ਬੱਚਿਆਂ ਦਾ weight ਜ਼ਰੂਰ ਚੈੱਕ ਕਰਦੇ ਹਾਂ, ਕਿਉਂਕਿ ਡਾਕਟਰ ਨੇ ਕਈ ਵਾਰ ਉਹਨਾਂ ਨੂੰ ਕੋਈ ਮੈਡੀਸਨ ਲਿਖਣੀ ਹੁੰਦੀ, ਐਂਟੀਬਾਇਓਟਿਕਸ ਲਿਖਣੀ ਹੁੰਦੀ, ਉਹਦੇ ਲਈ ਡਾਕਟਰ ਨੂੰ weight ਜ਼ਰੂਰ ਚਾਹੀਦਾ ਹੁੰਦਾ। ਅਕੋਰਡਿੰਗ ਟੂ ਦੈਟ ਫਿਰ ਡਾਕਟਰ ਡੋਸੇਜ ਦੱਸਦੇ ਆ ਕਿੰਨੀ ਲੈਣੀ ਆ, ਕੈਲਕੂਲੇਟ ਕਰਨੀ ਆ। ਇਸ ਲਈ ਅਸੀਂ ਬੱਚਿਆਂ ਦਾ ਜ਼ਰੂਰ ਚੈੱਕ ਕਰੀਦਾ। ਫਿਰ ਅਸੀਂ ਜਿਹੜੇ ਡਾਇਬੀਟੀਜ਼ ਦੇ ਪੇਸ਼ੈਂਟ ਆਉਂਦੇ 3 ਮਹੀਨੇ ਬਾਅਦ ਆਪਣੀਆਂ ਦਵਾਈਆਂ ਲਿਖਾਣ ਆਉਂਦੇ ਆ ਡਾਕਟਰ, ਉਹਨਾਂ ਲਈ ਵੀ ਅਸੀਂ weight ਚੈੱਕ ਕਰਦੇ ਹਾਂ, ਉਹਨਾਂ ਦਾ BP ਚੈੱਕ ਕਰਦੇ ਹਾਂ, ਕਿਉਂਕਿ ਡਾਕਟਰ ਨੇ ਪੂਰਾ ਟਰੈਕ ਰੱਖਣਾ ਹੁੰਦਾ ਇਹਨਾਂ ਦਾ BP ਕਿੱਦਾਂ ਸੀ, weight ਕਿੰਨਾ ਵਧਿਆ।
ਇਸ ਲਈ ਅਸੀਂ ਸਿਆਣੇ ਪੇਸ਼ੈਂਟਾਂ ਦਾ ਵੀ weight ਚੈੱਕ ਕਰੀਦਾ ਆ। ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਤੇ ਅਸੀਂ ਉਹਨਾਂ ਦਾ ਬੀਪੀ, ਉਹਨਾਂ ਦਾ ਬੀਪੀ ਚੈੱਕ ਕਰੀਦਾ। ਇਹ ਡਿਪੈਂਡ ਕਰਦਾ, ਕੋਈ ਕਹਿੰਦਾ ਕਿ ਮੈਨੂੰ ਅੱਜ ਚੱਕਰ ਆਉਂਦੇ ਪਏ ਆ, ਡਿਜ਼ੀ ਫੀਲ ਹੁੰਦਾ, ਅਸੀਂ ਉਹਨਾਂ ਦਾ ਵੀ ਬਲੱਡ ਟੈਸਟ ਕਰਕੇ ਦੇਖੀਦਾ ਕਿ ਇਹਨਾਂ ਨੂੰ ਬੀਪੀ ਚੈੱਕ ਕਰੀਦਾ ਆ। ਸੋ ਇੰਦਰ ਜਿਹੜੇ ਕੁਝ ਬੰਦੇ ਆਪਣੇ ਸਾਊਥ ਏਸ਼ੀਆ ਨੇ, ਕੁਝ ਬੰਦੇ ਪਾਕਿਸਤਾਨ ਜਾਂਦੇ ਨੇ, ਕੁਝ ਬੰਗਲਾਦੇਸ਼ ਜਾਂਦੇ ਨੇ, ਬਹੁਤੇ ਸਾਡੇ ਜਿਹੜੇ ਆਪਣੇ ਕਲੀਨਿਕ ਤੋਂ ਇੰਡੀਆ ਤੇ ਜਾਂਦੇ ਨੇ, ਉਹ ਕਈ ਵਾਰੀ ਕਹਿੰਦੇ ਨੇ ਵੀ ਅਸੀਂ ਇੰਜੈਕਸ਼ਨ ਲਵਾ ਕੇ ਜਾਣਾ ਹੈ ਨਾ। ਸੋ ਉਹ ਤੁਸੀਂ ਉੱਥੇ ਕੋਈ ਇੰਜੈਕਸ਼ਨ ਦੀ ਤੁਹਾਡੀ ਤੁਸੀਂ ਮਤਲਬ ਉੱਥੇ ਲਾਉਣੇ ਹੋ ਕਲੀਨਿਕ ਦੇ ਵਿੱਚ ਕਿ ਨਹੀਂ ਇਸ ਤਰ੍ਹਾਂ ਦੀ ਕੁਝ? ਹਾਂਜੀ, ਅਸੀਂ ਹਰੇਕ ਤਰ੍ਹਾਂ ਦਾ ਇੰਜੈਕਸ਼ਨ ਲਾਉਂਦੇ ਹਾਂ, ਚਾਹੇ ਉਹ IM ਇੰਜੈਕਸ਼ਨ ਹੋਵੇ, ਮਸਲ ਦੇ ਵਿੱਚ ਜਾਣਾ ਹੋਵੇ, ਸਬਕਿਊਟੇਨੀਅਸ ਹੋਵੇ, ਟਿਸ਼ੂ ਦੇ ਵਿੱਚ ਜਾਣਾ ਹੋਵੇ, ਚਾਹੇ ਸਕਿਨ ਦੇ ਵਿੱਚ ਜਿਹੜਾ ਆਪਾਂ TB ਸਕਿਨ ਟੈਸਟ ਕਰਦੇ ਹਾਂ। ਸਾਡੇ ਕੋਲ ਡਿਫਰੈਂਟ ਟਾਈਪ ਦੀ ਨੀਡਲਸ ਹੁੰਦੀਆਂ ਨੇ, ਡਿਫਰੈਂਟ ਟਾਈਪ ਦੀ ਸਰਿੰਜ ਹੁੰਦੀ ਹੈ। ਸੋ ਐਜ਼ ਪਰ ਦਾ ਰਿਕੁਆਇਰਮੈਂਟ ਆਪਾਂ ਯੂਜ਼ ਕਰਦੇ ਹਾਂ। ਲਾਈਕ ਜੇ ਇੰਟਰਾਮਸਕੂਲਰ ਹੈ, ਅਸੀਂ ਕਹਿੰਦੇ ਹਾਂ 27/1 ਅਸੀਂ ਯੂਜ਼ ਕੀਤੀ ਹੈ ਕਿ ਉਹ ਮਸਲ ਦੇ ਵਿੱਚ ਜਾਣੀ ਚਾਹੀਦੀ ਹੈ। TB ਸਰਿੰਜ ਅਸੀਂ ਯੂਜ਼ ਕਰਦੇ ਹਾਂ ਤਾਂ ਕਿ ਉਹ ਸਕਿਨ ਦੇ ਵਿੱਚ ਜਾਵੇ, ਉਸ ਅਕੋਰਡਿੰਗ ਆਪਾਂ ਨੀਡਲ ਯੂਜ਼ ਕਰਦੇ ਹਾਂ। ਓਕੇ, ਸੋ ਸਰ ਜੀ ਆਪਣੇ ਕੋਲ ਟਾਈਮ 2 ਮਿੰਟ ਹੀ ਬਚੇ ਨੇ। ਸੋ ਇਹਦਾ ਮਤਲਬ ਇਹ ਨਹੀਂ ਵੀ 2 ਮਿੰਟ ਸਾਡਾ ਪ੍ਰੋਗਰਾਮ ਖਤਮ ਹੋਊਗਾ, ਅਸੀਂ ਫੇਰ ਕੰਟੀਨਿਊ ਕਰਾਂਗੇ, ਅਸੀਂ ਬ੍ਰੇਕ ਤੇ ਜਾਣਾ ਹੈ। ਸੋ ਤੁਸੀਂ ਮੈਨੂੰ ਜਿਵੇਂ ਇੰਦਰ ਨੇ ਹੁਣ ਮੈਂਸ਼ਨ ਕੀਤਾ ਕੋਈ ਨੀਡਲ ਦੀ ਗੱਲ ਆਈ ਸੀ, ਲੋਕਾਂ ਦੇ ਵਿੱਚ ਬੜਾ ਭੁਲੇਖਾ ਹੈ, ਮੈਨੂੰ ਖੁਦ ਵੀ ਭੁਲੇਖਾ ਰਿਹਾ ਵੀ ਕਈ ਵਾਰੀ ਅਸੀਂ ਦੇਖਦੇ ਸੀ ਵੀ ਜਦੋਂ ਅਸੀਂ ਸਾਡੀ ਵੀ ਬਲੱਡ ਦਾ ਜੋ ਕਰਦੇ ਸੀ ਬਲੱਡ, ਤੇ ਕਈ ਵਾਰੀ ਤਾਂ ਹੁੰਦਾ ਸੀ ਵੀ ਉਹ ਕਹਿੰਦੇ ਹੁੰਦੇ ਸੀ ਵੀ ਇਹ ਜਿਹੜੀ ਲੜਕੀ ਹੈ ਜਾਂ ਨਰਸ ਹੈ ਜਾਂ ਸਟਾਫ ਮੈਂਬਰ ਹੈ ਵੀ ਇਹਨੇ ਬੜਾ ਤਕਲੀਫ ਕੀਤੀ ਹੈ ਮੇਰੇ, ਹੈ ਨਾ, ਜੋ ਬਲੱਡ ਲਈ ਹੈ। ਤੇ ਕਈ ਵਾਰੀ ਕਹਿੰਦੇ ਬੜੀ ਐਕਸਪਰਟ ਹੈ, ਪਤਾ ਹੀ ਨਹੀਂ ਲੱਗਾ ਕਦੋਂ। ਇਹਦੇ ਕੋਈ ਨੀਡਲ ਦੇ ਵਿੱਚ ਫਰਕ ਹੁੰਦਾ, ਹੱਥ ਦੇ ਵਿੱਚ ਜਾਦੂ ਕਰੀ ਹੈ? ਇਹ ਸੇਮ ਟੈਕਨੀਕ ਸੇਮ ਆ, ਸਾਰੇ ਸੇਮ ਤਰ੍ਹਾਂ ਹੀ ਬਲੱਡ ਲੈਂਦੇ ਆ। ਹੁੰਦਾ ਕੀ ਆ, ਕਦੀ ਤੁਸੀਂ ਪ੍ਰੋਪਰ ਸਿੱਧੀ ਵੇਨ 'ਚ ਚੱਲ ਜਾਵੇ ਤਾਂ ਨਹੀਂ ਦਰਦ ਹੁੰਦੀ, ਕਈ ਵਾਰ ਥੋੜੀ ਬਹੁਤੀ ਨੀਡਲ ਇੱਧਰ ਉੱਧਰ ਹੋ ਜਾਵੇ ਤਾਂ ਉਹ ਦਰਦ ਹੋਣ ਲੱਗ ਜਾਂਦੀ। ਇਹ ਸਿਰਫ ਪੇਸ਼ੈਂਟਾਂ ਦੇ ਮਨ 'ਚ ਬੈਠਿਆ ਹੈ ਕਿ ਉਹ ਕੁੜੀ ਨੇ ਕੀਤਾ ਸੀ ਤਾਂ ਮੇਰੇ ਦਰਦ ਨਹੀਂ ਹੋਈ। ਟੈਕਨੀਕ ਸਾਰੇ ਸੇਮ ਯੂਜ਼ ਕਰਦੇ ਆ। ਔਰ ਨੀਡਲ ਦੀ ਵੀ ਗੱਲ ਇਹ ਬਿਲਕੁਲ ਸਹੀ ਆ। ਕਈ ਪੇਸ਼ੈਂਟ ਆ ਕੇ ਕਹਿ ਦਿੰਦੇ ਉਹ ਤੁਸੀਂ ਵੱਡੀ ਨੀਡਲ ਨਾਲ ਲਿਆ ਸੀ ਤਾਂ ਮੇਰੇ ਦਰਦ ਹੋਈ, ਇੱਦਾਂ ਕੁਛ ਨਹੀਂ ਹੁੰਦਾ। ਅਸੀਂ ਪਹਿਲਾਂ ਵੇਨ ਚੈੱਕ ਕਰੀ ਦੀ ਆ, ਅਕੋਰਡਿੰਗ ਟੂ ਵੇਨ ਅਸੀਂ ਫਿਰ ਨੀਡਲ ਚੂਜ਼ ਕਰੀ ਦੀ ਆ। ਜਿਹੜੇ ਬਰੀਕ ਵੇਨਸ ਹੋਣ ਉਹਨਾਂ ਲਈ ਛੋਟੀ ਨੀਡਲ, ਜਿਨ੍ਹਾਂ ਦੀ ਵੇਨ ਸਹੀ ਆ ਉਹਨਾਂ ਲਈ ਅਸੀਂ ਵੱਡੀ ਨੀਡਲ ਯੂਜ਼ ਕਰ ਲੈਂਦੇ ਆ। ਸੋ ਇਹ ਗੱਲ ਮੈਂ ਤੁਹਾਨੂੰ ਔਨ ਦੀ ਇਹ ਜਾਂ ਮੈਂ ਲਾਈਵ ਤੁਹਾਨੂੰ ਦੱਸ ਰਿਹਾ, ਕਿਉਂਕਿ ਮੈਂ ਯੂਜ਼ਲੀ ਆਪਟੀਕਲ ਸੈਂਟਰ ਦੇ ਵਿੱਚ ਬੈਠਦਾ ਘੰਟਾ 2 ਘੰਟੇ ਆ ਕੇ, ਤੇ ਉੱਥੇ ਪੇਸ਼ੈਂਟ ਮੈਨੂੰ ਮਿਲਣ ਆਉਂਦੇ ਨੇ, ਕਿਉਂਕਿ ਜਦੋਂ ਮੇਰਾ ਰੇਡੀਓ ਦਾ ਪ੍ਰੋਗਰਾਮ ਦੂਰੋਂ ਵੀ ਆ ਕੇ ਮੈਨੂੰ ਫੀਡਬੈਕ ਦਿੰਦੇ ਰਹਿੰਦੇ ਨੇ। ਸੋ ਇਸ ਗੱਲ ਦੀ ਤੁਹਾਨੂੰ ਮੈਂ ਵਧਾਈ ਦਿੰਦਾ ਕਿ ਵੀ ਜਿੰਨਾ ਵੀ ਸਾਡੇ ਕੋਲ ਸਟਾਫ ਹੈ, 5 6 7 ਲੜਕੀਆਂ ਜਦੋਂ ਵੀ ਕੰਮ ਕੀਤੀਆਂ ਨੇ, ਉਹ ਸਾਰੇ ਕਹਿੰਦੇ ਨੇ ਵੀ ਤੁਹਾਡਾ ਸਟਾਫ ਬੜਾ ਇੱਕ ਤਾਂ ਫਰੈਂਡਲੀ ਹੈ, ਇੱਕ ਉਹ ਪਤਾ ਨਹੀਂ ਲੱਗਣ ਦਿੰਦੇ ਵੀ ਪਤਾ ਨਹੀਂ ਕੀ ਜਾਦੂ ਦੀ ਛੜੀ ਹੈ, ਜਦੋਂ ਬਲੱਡ ਲੈਂਦੇ ਨੇ ਪਤਾ ਹੀ ਨਹੀਂ ਲੱਗਦਾ। ਸੋ ਇਹ ਆਲ ਕ੍ਰੈਡਿਟ ਗੋਜ਼ ਟੂ ਯੂ ਟੂ, ਹੈ ਨਾ। ਸੋ ਇਹਦਾ ਵਧੀਆ ਗੱਲ ਹੈ। ਕੋਈ ਮਤਲਬ ਜਿਹੜੇ ਲੋਕਾਂ ਨੂੰ ਦਰਸ਼ਕੋ ਜਿਹੜਾ ਤੁਹਾਨੂੰ ਇਹ ਆਪਾਂ ਨੂੰ ਭੁਲੇਖਾ ਰਹਿੰਦਾ ਹੈ ਕਿ ਕੋਈ ਸੂਈ ਪਤਲੀ ਹੈ ਜਾਂ ਮੋਟੀ ਹੈ, ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੁੰਦਾ। ਜਿਵੇਂ ਕਿ ਇਹਨਾਂ ਨੇ ਬੜਾ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਇਆ ਵੀ ਜਦੋਂ ਸੂਈ ਲਾਉਂਦੇ ਨੇ 90% 98% ਉਹ ਸਿੱਧੀ ਕਈ ਵਾਰੀ ਵੇਨ ਚ ਲਾ ਜਾਂਦੇ, ਉਦੋਂ ਸਾਨੂੰ ਪਤਾ ਨਹੀਂ ਲੱਗਦਾ, ਪਰ ਕਈ ਵਾਰੀ ਮੂਲੀ ਜਿਹਾ ਫਰਕ ਪੈਂਦਾ, ਉਹ ਫਿਰ ਹਿਲਾ ਕੇ ਉਹ ਜਦੋਂ ਵੇਨ ਕਰਦੇ ਉਸੇ ਦਿਨ ਸਾਨੂੰ ਥੋੜਾ ਤਕਲੀਫ ਹੋਇਆ। ਪਰ ਦੂਜੇ ਪਾਸੇ ਇਹ ਵੀ ਸਮਝ ਕੇ ਦੇਖ ਲਓ, ਜੇ ਸਾਨੂੰ ਛੋਟੀ ਜਿਹੀ ਹਿਲਾਉਣ ਨਾਲ ਕਿੰਨੀ ਤਕਲੀਫ ਹੁੰਦੀ ਹੈ, ਸਾਡੀ ਜਾਨ ਨੂੰ ਬਣ ਜਾਂਦੀ ਹੈ। ਜਦੋਂ ਅਸੀਂ ਕੁੱਕੜਾਂ ਦੇ ਤੇ ਚਿਕਨਾਂ ਦੀਆਂ ਗਰਦਨਾਂ ਮਰੋੜਦੇ ਹਾਂ, ਉਹਨਾਂ ਦੇ ਉੱਤੇ ਵਿਚਾਰਿਆਂ ਦੇ ਉੱਤੇ ਕੀ ਵਾਪਰਦੀ ਹੋਊਗੀ। ਸੋ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ। ਮੇਰੇ ਖਿਆਲ ਪੇਨ ਵੈਸੇ ਥੋੜੀ ਜਿਹੀ ਅਹਿਸਾਸ ਵੀ ਕਰਾਉਂਦੀ ਹੈ ਕਿ ਸਾਨੂੰ ਕਿੰਨੀ ਤਕਲੀਫ ਹੋਈ, ਉਹਨਾਂ ਦੀ ਜਾਨਵਰਾਂ ਦੀ ਵਿਚਾਰਿਆਂ ਦੀ ਸੋਚ ਕੇ ਦੇਖੋ ਜਿਹੜੇ ਕਿ ਖਲਕਤ ਨੇ, ਪਰਮਾਤਮਾ ਨੇ ਬਣਾਏ ਨੇ। ਸੋ ਅਸੀਂ ਇਹ ਪ੍ਰੋਗਰਾਮ ਨੂੰ ਅੱਗੇ ਵੀ ਕੰਟੀਨਿਊ ਰੱਖਾਂਗੇ। ਅਸੀਂ ਛੋਟੀ ਜਿਹੀ ਇੱਕ ਬ੍ਰੇਕ ਤੇ ਜਾ ਰਹੇ ਹਾਂ। ਪਲੀਜ਼ ਡੋਂਟ ਗੋ ਅਵੇ। ਥੈਂਕ ਯੂ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਇੰਦਰਪ੍ਰੀਤ ਅਤੇ ਸਰੂ ਸ਼ਰਮਾ, ਦੋ ਜਿਹੜੇ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਸਟਾਫ ਮੈਂਬਰ ਨੇ, ਉਹ ਅੱਜ ਸਟੂਡੀਓ ਦੇ ਵਿੱਚ ਆਏ ਨੇ। ਹਾਫ ਤੋਂ ਪਹਿਲਾਂ ਅਸੀਂ ਬੜੀ ਸੋਹਣੇ ਤਰੀਕੇ ਨਾਲ ਉਹਨਾਂ ਨੇ ਬੜੇ ਸਾਫ਼ ਸੁਥਰੇ ਤਰੀਕੇ ਨਾਲ ਗੱਲਾਂ ਬਾਤਾਂ ਕੀਤੀਆਂ, ਦੱਸਿਆ ਵੀ ਭਾਰ ਅਸੀਂ ਕਿਉਂ ਤੋਲਦੇ ਹਾਂ, ਹਾਂਜੀ, ਤੇ ਬਲੱਡ ਪ੍ਰੈਸ਼ਰ ਅਸੀਂ ਕਿਉਂ ਚੈੱਕ ਕਰਦੇ ਹਾਂ, BNC ਮੈਡੀਕਲ ਸੈਂਟਰ ਦੇ ਵਿੱਚ ਕਿਹੜੀਆਂ ਫੈਸਿਲਿਟੀਜ਼ ਨੇ। ਫਿਰ ਇੱਕ ਜਿਹੜੀ ਲੋਕਾਂ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਕਿ ਸੂਈ ਮੋਟੀ ਹੈ ਕਿ ਪਤਲੀ ਹੈ, ਮੇਰੇ ਫਲਾਣੇ ਨੇ ਦਰਦ ਕਰਤਾ, ਫਲਾਣੇ ਨੇ ਨਹੀਂ ਕੀਤਾ, ਉਹ ਬੜੇ ਸਿੰਪਲ ਤਰੀਕੇ ਨਾਲ, ਟੈਕਨੀਕਲ ਤਰੀਕੇ ਨਾਲ, ਓਨੈਸਟ ਤਰੀਕੇ ਨਾਲ ਤੁਹਾਨੂੰ ਆਨਸਰ ਦਿੱਤਾ ਹੈ। ਹੁਣ
ਇੰਦਰ ਦੇ ਸਰੂਪ ਵੈਲਕਮ ਬੈਕ ਅਗੇਨ। ਸੋ ਹੁਣ ਤੁਸੀਂ ਮੈਨੂੰ ਥੋੜਾ ਜਿਹਾ ਦੱਸੋ ਵੀ ਲੋਕਾਂ ਦੇ ਵਿੱਚ ਇਹ ਕਨਫਿਊਜ਼ਨ ਹੈ ਵੀ ਜਿਹੜਾ ਬਲੱਡ ਹੈ ਵੀ ਮੈਂ ਫਲਾਣੀ ਕਲੀਨਿਕ ਤੇ ਗਿਆ ਸੀ, ਉੱਥੇ ਮੇਰੀਆਂ 2 ਸ਼ੀਸ਼ੀਆਂ ਲਈਆਂ ਤੇ ਮੈਂ ਨੈਕਸਟ ਕਲੀਨਿਕ ਤੇ ਗਿਆ, ਉੱਥੇ 4 ਸ਼ੀਸ਼ੀਆਂ ਲੈਣੀਆਂ, ਮਤਲਬ ਰਫਲੀ ਮੈਂ ਕਹਿੰਦਾ ਕੋਈ ਕਹਿੰਦਾ 5 ਲੈਣੀਆਂ, ਕੋਈ ਕਹਿੰਦਾ 3 ਲੈਣੀਆਂ। ਇੱਕ ਤਾਂ ਇਹ ਕੁਐਸਚਨ ਵੀ ਉਹ ਕਿਉਂ ਸ਼ੀਸ਼ੀਆਂ, ਕਿਦਾ ਮਤਲਬ ਕੀ ਹੈ। ਦੂਜਾ ਗੱਲ ਲੋਕ ਇਹ ਕਹਿੰਦੇ ਨੇ ਸਾਡਾ ਤਾਂ ਖਾਸਾ ਸਾਰਾ ਖੂਨ ਲੈ ਲਿਆ ਹੈ ਨਾ, ਵੀ ਉਹ ਇੱਕ ਡ੍ਰੌਪ ਨਾਲ ਮਤਲਬ ਕੀ ਕਨਸੈਪਟ ਰਿਐਲਿਟੀ ਕੀ ਹੈ। ਸੋ ਜਨਰਲੀ ਕੀ ਹੁੰਦਾ ਹੈ ਕਿ ਟੈਸਟ ਟੂ ਟੈਸਟ ਵੇਰੀ ਕਰਦਾ ਤੁਹਾਡਾ ਕਿ ਅਸੀਂ ਕਿੰਨੀਆਂ ਟਿਊਬਸ ਲੈਣੀਆਂ ਨੇ। ਜਿਵੇਂ ਸਾਡੇ ਕੋਲ SST ਹੈ, ਯੈਲੋ ਟਿਊਬ ਹੈ, ਪਿੰਕ ਟਿਊਬ ਹੈ, ਸਾਡੇ ਕੋਲ ਲਵੈਂਡਰ ਟਿਊਬ ਹੈ। ਇਹ ਸਾਰੀਆਂ ਟਿਊਬਸ ਅਸੀਂ ਕਲੈਕਟ ਕਰਨੀਆਂ ਹੁੰਦੀਆਂ ਨੇ। ਹਰੇਕ ਲੈਬ ਦਾ ਆਪਣਾ ਹਿਸਾਬ ਤਾਂ ਹੁੰਦਾ ਹੈ। ਇਹ ਨਹੀਂ ਹੈ ਕਿ ਹਾਂ ਇੱਕ ਲੈਬ ਅਗਰ 4 ਟਿਊਬ ਲੈ ਰਹੀ ਦੂਜੀ ਵੀ 4 ਲਏਗੀ, ਕਈ 2 ਟਿਊਬਸ ਨਾਲ ਕਰਦੇ ਨੇ। ਉਹੀ ਸੇਮ ਚੀਜ਼ ਹੋ ਗਈ, ਇਟ ਵੇਰੀਜ਼ ਕਿ ਹਾਂ ਤੁਸੀਂ ਕਿਹੜਾ ਟੈਸਟ ਕਰਾ ਰਹੇ ਹੋ। ਜੇ ਕੋਈ ਤੁਸੀਂ ਸਪੈਸੀਫਿਕ ਟੈਸਟ ਕਰਾ ਰਹੇ ਹੋ, ਜਿਵੇਂ ਵਿਟਾਮਿਨ D ਦਾ ਟੈਸਟ ਕਰਾ ਰਹੇ ਹੋ, ਉਹਦੇ ਲਈ ਅਲੱਗ ਟਿਊਬ ਚਾਹੀਦੀ ਹੈ। ਕੋਈ ਪ੍ਰੋਸਟੇਟ ਦਾ ਟੈਸਟ ਕਰਾ ਰਹੇ ਹੋ, ਉਹਦੇ ਲਈ ਅਲੱਗ ਟਿਊਬ ਚਾਹੀਦੀ ਹੈ। ਕੋਈ ਪ੍ਰੀਨੇਟਲ ਪ੍ਰੈਗਨੈਂਸੀ ਟੈਸਟ ਕਰਾ ਰਹੇ ਹੋ, ਉਹਦੇ ਵਿੱਚ ਹਾਲਾਂਕਿ ਥੋੜ੍ਹੀਆਂ 1-2 ਜ਼ਿਆਦਾ ਟਿਊਬਸ ਹੋ ਜਾਂਦੀਆਂ ਨੇ, ਕਿਉਂਕਿ ਡਾਕਟਰਸ ਨੇ ਸਾਰਾ ਕੁਝ ਮੈਜ਼ਰ ਕਰਨਾ ਹੁੰਦਾ ਕਿ ਹਾਂ ਕੀ ਬਲੱਡ ਗਰੁੱਪ ਹੈ, ਕੀ ਉਹਦਾ ਪ੍ਰੀਨੇਟਲ ਦਾ ਸਟੇਟਸ ਹੈ, ਸਾਰਾ ਕੁਝ। ਓਕੇ, ਤੇ ਦੂਸਰੀ ਗੱਲ ਇੰਜ ਵੀ ਹੋ ਗਿਆ ਤੁਹਾਡੀ ਗੱਲ ਤੋਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਜਿਹੜੀਆਂ ਟਿਊਬਸ ਜ਼ਿਆਦਾ ਜਾਂ ਘੱਟ ਹੋਣਾ ਇਹ ਕਿਉਂਕਿ ਹਰ ਟਿਊਬ ਦੇ ਵਿੱਚ ਅਲੱਗ-ਅਲੱਗ ਟੈਸਟ ਹੁੰਦੇ ਨੇ ਤੇ ਡਾਕਟਰ ਜਿਹੜਾ ਉਹਦੇ ਵਿੱਚ ਲਿਖਦਾ ਹੁੰਦਾ ਪਰਫਾਰਮ ਕਰਦਾ ਕਿਹੜੇ ਟੈਸਟ ਨੇ। ਕਈ ਵਾਰੀ ਉਹ ਇਕੱਲਾ ਇੱਕੋ ਹੀ ਕਹਿੰਦਾ ਸ਼ੂਗਰ ਦਾ ਵਹੀਕਲ ਹੈ, ਸੋ ਇਸ ਕਰਕੇ ਡਾਕਟਰ ਜਿਹੜਾ ਰੈਫਰਲ ਕਰਦਾ ਵੀ ਕਿੰਨੇ ਟੈਸਟ ਕਰਨੇ ਨੇ ਉਸ ਹਿਸਾਬ ਨਾਲ ਟਿਊਬ ਲਈ ਜਾਂਦੀ। ਸੋ ਸਰੂ ਜੀ, ਇੰਦਰ ਨੇ ਕੁਐਸਚਨ ਮੈਂ ਪੁੱਛਿਆ ਸੀ ਉਹ ਥੋੜਾ ਜਿਹਾ ਸਕਿਪ ਕਰ ਗਏ ਵੀ ਜਿਹੜੇ ਲੋਕਾਂ ਦਾ ਕਨਸੈਪਟ ਹੈ ਵੀ ਜਦੋਂ ਤੁਸੀਂ ਟਿਊਬ ਭਰਦੇ ਹੋ ਬਹੁਤ ਜ਼ਿਆਦਾ ਸਾਡਾ ਖੂਨ ਲੈਣਾ, ਸਾਡਾ ਤਾਂ ਅਸੀਂ ਤਾਂ ਮਰਨ ਵਰਗੇ ਹੋ ਜਾਾਂਗੇ, ਇਹਦੇ ਨਾਲ ਕੋਈ ਹੈ ਕੋਈ ਜ਼ਿਆਦਾ ਖੂਨ ਲੈਣਾ ਜਾਂ ਘੱਟ? ਐਦਾਂ ਕੁਛ ਨਹੀਂ ਹੁੰਦਾ, ਪਰ ਬਹੁਤ ਸਾਰੇ ਪੇਸ਼ੈਂਟਸ ਸਪੈਸ਼ਲੀ ਬਜ਼ੁਰਗ ਉਹਨਾਂ ਦੇ ਮਨ 'ਚ ਬੈਠਿਆ ਆ ਕਿ ਤੁਸੀਂ ਮੇਰਾ ਜ਼ਿਆਦਾ ਖੂਨ ਲੈ ਲਿਆ, ਅੱਜ ਮੈਨੂੰ ਜ਼ਿਆਦਾ ਵੀਕਨੈਸ ਹੋਣੀ। ਪਰ ਐਦਾਂ ਕੁਛ ਨਹੀਂ ਹੁੰਦਾ। ਇੰਨੇ ਕੁ ਬਲੱਡ ਲੈਣ ਨਾਲ ਤੁਹਾਡੀ ਬੋਡੀ ਆਪਣੇ ਆਪ ਹੀ ਥੋੜੀ ਦੇਰ ਬਾਅਦ ਰਿਕਵਰੀ ਕਰ ਦਿੰਦੀ ਆ। ਸੋ ਇਸ ਲਈ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ। ਔਰ ਨਾਲ ਉਹ ਵੱਡੀਆਂ ਟਿਊਬਸ ਨਹੀਂ ਹੁੰਦੀਆਂ, ਉਹ ਛੋਟੀਆਂ ਵਾਇਲਸ ਹੁੰਦੀਆਂ ਆ। ਉਹਦੇ 'ਚ ਇੱਦਾਂ ਹੁੰਦਾ ਕਿ ਜਿਵੇਂ ਹੁਣ ਇੱਕ ਟਿਊਬ ਦੇ ਵਿੱਚ ਜਿਹੜਾ ਹੈ ਇੰਨੇ ਕੁ % ਤੁਹਾਡਾ 25% ਦਾ ਵੈਕਿਊਮ ਕ੍ਰੀਏਟ ਕੀਤਾ ਹੁੰਦਾ ਉਹਨਾਂ ਨੇ, ਉਹਦੇ ਵਿੱਚ ਸੋਲਿਊਸ਼ਨ ਹੁੰਦਾ ਹੈ। ਠੀਕ ਹੈ, ਅਸੀਂ ਸਿਰਫ ਤੁਹਾਡਾ 25% ਲੈ ਰਹੇ ਹਾਂ, ਉਹਨੂੰ ਮਿਕਸ ਕਰ ਰਹੇ ਹਾਂ ਤੇ ਭੇਜ ਰਹੇ ਹਾਂ ਐਜ਼ ਪਰ ਦਾ ਇਨਸਟਰਕਸ਼ਨਸ ਆਫ ਲੈਬ। ਦੈਟਸ ਇਟ। ਓਕੇ, ਸੋ ਹੁਣ ਥੋੜੀ ਜਿਹੀ ਮੈਂ ਇੱਕ ਛੋਟੀ ਜਿਹੀ ਗੱਲ ਮੇਰੇ ਦਿਮਾਗ 'ਚ ਆਈ ਹੈ ਵੀ ਜਿਹੜਾ ਬਲੱਡ ਹੈ ਤੁਸੀਂ ਲੈ ਲੈਣੇ ਹੋ, ਉੱਥੇ ਤਾਂ ਤੁਹਾਡੇ ਟੈਸਟ ਨਹੀਂ ਹੁੰਦੇ, ਤੁਸੀਂ ਫਿਰ ਅੱਗੇ ਲੈਬ 'ਚ ਭੇਜ ਦਿੰਦੇ, ਠੀਕ ਹੈ। ਸੋ ਲੈਬ ਕਈ ਵਾਰੀ ਸ਼ਾਮ ਨੂੰ ਚੱਕਣ ਆਉਂਦੀ ਹੈ, ਕਈ ਵਾਰੀ ਦੂਸਰੇ ਦਿਨ ਵੀ ਆਉਂਦੀ ਹੈ। ਸੋ ਜਿਹੜਾ ਬਲੱਡ ਹੈ ਉਹ ਰੂਮ ਟੈਂਪਰੇਚਰ ਤੇ ਪਿਆ ਰਹਿੰਦਾ ਜਾਂ ਉਹਨੂੰ ਫ੍ਰਿਜ 'ਚ ਰੱਖਦੇ ਹੋ ਜਾਂ ਕੀ ਕਰਦੇ ਹੋ ਉਸ ਤੋਂ ਬਾਅਦ ਬਲੱਡ ਨੂੰ? ਸੋ ਜਨਰਲੀ ਕੀ ਹੁੰਦਾ ਜਦੋਂ ਅਸੀਂ ਬਲੱਡ ਟੈਸਟ ਥੋੜਾ ਸੈਂਪਲ ਲੈ ਲਿਆ ਤੇ ਅਸੀਂ ਉਹਨਾਂ ਨੂੰ 25 to 30 ਮਿੰਟਸ ਲਈ ਆਪਣੇ ਕੋਲ ਰੱਖਣਾ ਰੂਮ ਟੈਂਪਰੇਚਰ ਤੇ, ਦੈਨ ਅਸੀਂ ਉਹਨੂੰ ਸੈਂਟਰੀਫਿਊਜ਼ ਕਰਨਾ ਹੈ। ਸੈਂਟਰੀਫਿਊਜ਼ ਕਰਨ ਤੋਂ ਬਾਅਦ ਅਸੀਂ ਉਹਨੂੰ ਆਈਸ ਪੈਕ ਦੇ ਵਿੱਚ ਰੱਖਣਾ ਹੈ ਤਾਂ ਕਿ ਸੈਂਪਲਸ ਖਰਾਬ ਨਾ ਹੋਣ ਬਿਫੋਰ ਦਾ ਪਿਕਅਪ। ਓਕੇ, ਸੋ ਵੈਰੀ ਗੁੱਡ। ਸੋ ਹੁਣ ਮੈਨੂੰ ਥੋੜੀ ਜਿਹੀ ਗੱਲ ਦੱਸੋ ਸ਼ੁਰੂ, ਕਿਉਂਕਿ ਤੁਸੀਂ ਸ਼ੁਰੂ ਤੋਂ ਇੱਕ ਦੀ ਪ੍ਰੋਬਲਮ ਆਈ ਸੀਗੀ, ਪ੍ਰੋਬਲਮ ਤਾਂ ਨਹੀਂ ਸੀ, ਲੋਕਾਂ ਦੇ ਕੰਸਰਨ ਸੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਸੀਗਾ। ਕਈ ਬੰਦੇ ਤੁਹਾਨੂੰ ਫੋਨ ਕਰ, 1-2 ਬੰਦਿਆਂ ਨੇ ਮੈਨੂੰ ਪਤਾ, ਨਾਟ ਕਈ, ਇੱਕ ਅੱਧੇ ਬੰਦੇ ਨੇ ਪਿਛਲੇ 2 ਸਾਲਾਂ 'ਚ ਫੋਨ ਕੀਤਾ ਵੀ ਜਦੋਂ ਅਸੀਂ ਜੀ ਬਲੱਡ ਕਰਾ ਕੇ ਗਏ ਤੁਹਾਡੇ ਕੋਲੋਂ ਤੇ ਜਦੋਂ ਘਰੇ ਗਏ ਸਾਡੇ ਇੱਥੇ ਨੀਲੀ ਜੀ ਹੋ ਗਈ ਜਾਂ ਇਹਨੂੰ ਬਰੂਜ਼ ਕਹਿੰਦੇ ਆਪਾਂ। ਸੋ ਇਹ ਰੂਟੀਨ ਮੈਟਰ ਹੈ, ਜ਼ਿਆਦਾ ਕੋਈ ਖਾਸ ਨੁਕਸਾਨ ਹੋਗਾ ਜਾਂ ਕੀ ਇਹਦੀ ਹੱਲ ਕੀ ਹੈ? ਇਹ ਕੋਈ ਜਿਹੜਾ ਬਰੂਜ਼ ਪੈ ਜਾਂਦਾ ਇਹਨਾਂ ਕੋਈ ਵੀ ਯਾਨੀ ਕਿ ਮੇਜਰ ਇਸ਼ੂ ਨਹੀਂ ਹੈਗਾ। ਕਈ ਵਾਰ ਕੀ ਹੁੰਦਾ ਵੇਨ ਤੁਹਾਡੀ ਰੈਪਚਰ ਹੋ ਜਾਂਦੀ ਜਾਂ ਕੁਛ ਹੋ ਜਾਂਦੀ, ਨੀਡਲ ਘੁੰਮ ਜਾਂਦੀ ਹੈ ਤਾਂ ਉਹ ਨੀਲ ਪੈ ਜਾਂਦਾ। ਕਈ ਪੇਸ਼ੈਂਟਾਂ ਦੇ ਬਹੁਤ ਜਲਦੀ ਪੈ ਜਾਂਦਾ, ਕਈਆਂ ਦੇ ਨਹੀਂ ਪੈਂਦਾ। ਸੋ ਜੇ ਕਦੀ ਬਾਈ ਚਾਂਸ ਨੀਲ ਪੈ ਵੀ ਜਾਵੇ ਤਾਂ ਡਰਨ ਦੀ ਕੋਈ ਗੱਲ ਨਹੀਂ, ਇਹ ਆਪ ਹੀ 2-3 ਦਿਨਾਂ ਬਾਅਦ ਹਟ ਜਾਂਦਾ ਆ। ਇਹ ਲਈ ਤੁਸੀਂ ਕੀ ਕਰ ਸਕਦੇ, ਆਈਸ ਪੈਕ ਰੱਖ ਸਕਦੇ ਆ। ਆਈਸ ਪੈਕ ਰੱਖਣ ਨਾਲ ਤੁਹਾਨੂੰ ਫਰਕ ਪੈ ਜਾਊਗਾ। ਜੇ ਤੁਹਾਨੂੰ 3-4 ਦਿਨਾਂ ਬਾਅਦ ਫਰਕ ਨਹੀਂ ਪੈਂਦਾ ਫਿਰ ਤੁਸੀਂ ਆ ਕੇ ਡਾਕਟਰ ਨੂੰ ਦਿਖਾ ਲਓ, ਪਰ ਇਹ ਆਪਣੇ ਆਪ ਠੀਕ ਹੋ ਜਾਂਦਾ। ਸੋ ਦਰਸ਼ਕੋ, ਗੱਲ ਇਹ ਹੈ ਵੀ ਛੋਟੀ ਗੱਲ ਤੇ ਘਬਰਾਉਣਾ ਨਹੀਂ ਚਾਹੀਦਾ। ਆਫਕੋਰਸ ਸਰੀਰ ਦੀ ਗੱਲ ਹੈ, ਤੁਹਾਡਾ ਬਾਜੇ ਜਿਹੜਾ ਕੁਐਸਚਨ ਹੁੰਦਾ ਉਹਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਇਹ ਗੱਲ ਬੜੀ ਕਲੀਅਰ ਹੋ ਗਈ ਕਿ ਕਈ ਵਾਰੀ ਪੈ ਜਾਂਦੇ ਨੀਲ ਜਿਹਾ ਪੈ ਜਾਂਦਾ ਮਾੜਾ ਜਿਹਾ, ਉਹ 2-3 ਦਿਨ ਤੋਂ ਬਾਅਦ ਆਟੋਮੈਟਿਕਲੀ ਚਾਹੀਦਾ ਉਹਦੇ ਬਰਫ਼ ਰੱਖ ਲਿਆ ਕਰੋ। ਪਰ ਜੇ ਸਟਿਲ ਕਈ ਵਾਰੀ ਤੁਸੀਂ ਇਮੋਸ਼ਨਲ ਤੁਹਾਨੂੰ ਕੋਈ ਲੱਗਦਾ ਵੀ ਕੋਈ ਗੱਲ ਹੈ ਤੇ ਤੁਸੀਂ ਕਲੀਨਿਕ ਤੇ ਆ ਕੇ ਵਾਪਸ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਡਾਕਟਰ ਨੂੰ ਦਿਖਾ ਸਕਦੇ। ਜਵਾਬ ਉਹਨਾਂ ਨੇ ਵੀ ਉਹੀ ਦੇਣਾ, ਆਟੋਮੈਟਿਕਲੀ ਠੀਕ ਹੋ ਜਾਊਗਾ। ਸੋ ਹੁਣ ਅਸੀਂ ਗੱਲ ਕਰਨੀ ਹੈ ਇੰਦਰ ECG ਦੇ। ਆਪਣੇ BNC ਮੈਡੀਕਲ ਸੈਂਟਰ 'ਚ ਮੈਂ ਦੇਖਿਆ ਵੀ ਜਿਹੜੀ ਆਪਣੇ ਕੋਲੇ
ਜਿੱਥੇ ਤੁਸੀਂ ECG ਕਰਦੇ ਹੋ ਉੱਥੇ ਉਹ ਛੋਟੇ ਛੋਟੀਆਂ ਚੇਪੀਆਂ ਜੀਆਂ ਲਾ ਦਿੰਦੇ ਹੋ ਸਾਰੇ ਸਰੀਰ ਦੇ ਉੱਤੇ। ਸੋ ECG ਪਹਿਲਾਂ ਦੱਸੋ ਵੀ ਹੈ ਕੀ, ਤੇ ਇਹ ਫੈਸਿਲਿਟੀ ਦੇ ਵਿੱਚ ਤੁਸੀਂ ਕੀ ਕਰਦੇ ਹੋ? ਓਕੇ, ECG ਹੁੰਦੀ ਹੈ ਇਲੈਕਟ੍ਰੋਕਾਰਡੀਓਗ੍ਰਾਮ। ਇਹਦੇ 'ਚ ਕੀ ਹੁੰਦਾ ਕਿ ਅਸੀਂ ਹਾਰਟ ਦੀਆਂ ਵੇਵਸ ਨੂੰ ਮੋਨੀਟਰ ਕਰਦੇ ਹਾਂ। ਲਾਈਕ ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਕਿ ਹਾਂ ਮੈਨੂੰ ਚੈਸਟ ਪੇਨ ਹੋ ਰਹੀ ਹੈ, ਚੈਸਟ ਪੇਨ ਮੇਰੀ ਬੈਕ ਨੂੰ ਰੇਡੀਏਟ ਹੋ ਰਹੀ ਹੈ, ਮੈਨੂੰ ਸਾਹ ਚੜ ਰਿਹਾ, ਇੱਦਾਂ ਦਾ ਕੁਝ ਹੋ ਰਿਹਾ। ਸੋ ਜਨਰਲੀ ਅਸੀਂ ਕੀ ਕਰਦੇ ਹਾਂ, ਪਹਿਲਾਂ ਪੇਸ਼ੈਂਟ ਦੀ ECG ਕਰਦੇ ਹਾਂ ਤਾਂ ਕਿ ਦੇਖੀਏ ਉਹਦੀ ਹਾਰਟ ਦੀ ਫੰਕਸ਼ਨਿੰਗ ਕਿਵੇਂ ਚੱਲ ਰਹੀ ਹੈ। ਓਕੇ, ਹਾਂਜੀ। ਸੋ ਜਿਹੜੀ ਇਹਦਾ ਮਤਲਬ ਇਹ ਆ ਵੀ ਜਿਹੜੇ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਹੈ ਤੁਸੀਂ ਪ੍ਰਾਇਮਰੀ ਉਹਨੂੰ ਚੈੱਕ ਕਰ ਲਓ। ਜੇ ਤੁਹਾਨੂੰ ਲੱਗੇ ਕੋਈ ਵੀ ਪ੍ਰੋਬਲਮ ਹੈ ਫਿਰ ਤੁਸੀਂ ਅੱਗੇ ਡਾਕਟਰ ਸਪੈਸ਼ਲਿਸਟ ਐਮਰਜੈਂਸੀ ਨੂੰ ਭੇਜ ਸਕਦੇ ਹੋ। ਸੋ ਇਸੇ ਤਰ੍ਹਾਂ ਪਹਿਲੀ ਵਾਰ ਮੈਂ ਸੁਣਿਆ ਵੀ ਜਿਹੜੇ ਐਲਰਜੀ ਟੈਸਟ ਨੇ, ਕਿਸੇ ਨੂੰ ਕੇਲੇ ਤੋਂ ਹੋ ਗਈ, ਕਿਸੇ ਨੂੰ ਮੂੰਗਫਲੀ ਤੋਂ ਹੋ ਗਈ, ਕਿਸੇ ਨੂੰ ਨਟਸ ਤੋਂ ਹੋ ਗਈ, ਕਿਸੇ ਨੂੰ ਘਾਹ ਤੋਂ ਹੋ ਗਈ, ਹਾਂਜੀ, ਜਦੋਂ ਉਹ ਸਪੈਸ਼ਲਿਸਟ ਕੋਲ ਜਾਂਦੇ ਨੇ ਐਲਰਜੀ ਦੇ ਕੋਲੇ, ਉੱਥੇ ਫਿਰ ਉਹੀ ਸੇਮ ਗੱਲ 5-5 6-6 ਮਿੰਟ ਟਾਈਮ ਲੱਗ ਜਾਂਦਾ ਹੈ। ਸੋ BNC ਮੈਡੀਕਲ ਸੈਂਟਰ ਦੇ ਵਿੱਚ ਜੇ ਕਿਸੇ ਬੰਦੇ ਨੂੰ ਐਲਰਜੀ ਹੋ ਗਈ, ਘਬਰਾਉਣ ਦੀ ਲੋੜ ਨਹੀਂ, ਤੁਸੀਂ ਆ ਕੇ ਉੱਥੇ ਟੈਸਟ ਕਰਾ ਸਕਦੇ ਹੋ। ਸੋ ਸਰ ਉਹ ਕਿਸ ਤਰ੍ਹਾਂ ਦੇ ਟੈਸਟ ਹੁੰਦੇ ਨੇ? ਅਸੀਂ ਐਲਰਜੀ ਟੈਸਟਿੰਗ ਕਰਦੇ ਹਾਂ, ਇਹ ਅਪਾਇੰਟਮੈਂਟ ਦੇ ਨਾਲ ਹੀ ਕਰਦੇ ਹਾਂ। ਇਹਦੇ ਵਿੱਚ ਅਸੀਂ ਫੂਡ ਨਾ ਹੋ ਗਈ, ਗ੍ਰਾਸ ਤੋਂ ਹੋ ਗਈ, ਨਟਸ ਤੋਂ ਹੋ ਗਈ, ਕਿਸੇ ਵੀ ਤਰ੍ਹਾਂ ਦੀ ਐਲਰਜੀ ਆ ਅਸੀਂ ਉੱਥੇ ਐਲਰਜੀ ਟੈਸਟਿੰਗ ਕਰ ਦਿੰਦੇ ਹਾਂ। ਵਿਦਿਨ ਲਾਈਕ ਹਾਫ ਐਨ ਆਵਰ ਤੁਹਾਨੂੰ ਉੱਥੇ ਬੈਠਣਾ ਪੈਂਦਾ ਆ ਤੇ ਉਸ ਤੋਂ ਬਾਅਦ ਸਾਨੂੰ ਰਿਜ਼ਲਟਸ ਮਿਲ ਜਾਂਦੇ ਆ। ਫਿਰ ਉਸ ਤੋਂ ਬਾਅਦ ਤੁਸੀਂ ਡਾਕਟਰ ਨਾਲ ਆ ਕੇ ਰਿਵਿਊ ਕਰ ਸਕਦੇ ਆ ਕਿ ਮੈਨੂੰ ਕਿਸ ਚੀਜ਼ ਤੋਂ ਐਲਰਜੀ ਹੋ ਰਹੀ ਆ। ਓਕੇ, ਦੈਟਸ ਸੋ ਸਾਡੇ ਕੋਈ ਵੀ ਫੈਸਿਲਿਟੀ ਉੱਥੇ ਹੀ ਹੈਗੀ ਆ। ਸੋ ਇਹ ਕਿਉਂਕਿ ਬਹੁਤ ਸਾਰੇ ਅੱਜ ਕੱਲ ਤਾਂ ਇੰਡੀਆ 'ਚ ਤਾਂ ਨਹੀਂ ਸੁਣੀ ਸੀ, ਜਦੋਂ ਸਾਡੇ ਟਾਈਮ ਦੇ ਉਸ ਤਾਂ ਐਲਰਜੀ ਕਿਤੇ ਸੁਣੀ ਨਹੀਂ ਸੀ। ਉਹੀ ਮਿੱਟੀ ਖਾਈ ਜਾਂਦੇ, ਇੱਕੋ ਕੱਪ ਦੇ ਨਾਲ ਚਾਹ ਪੀ ਜਾਂਦੇ, ਇੱਕੋ ਕੱਪ ਨਾਲ ਪਾਣੀ ਪੀ ਜਾਂਦੇ। ਇੱਥੇ ਕਿਉਂਕਿ ਸਾਫ਼ ਸੁਥਰਾ ਕੰਟਰੀ ਹੈ ਤੇ ਇਸ ਕਰਕੇ ਇਮਿਊਨ ਸਿਸਟਮ ਮੇਰਾ ਕਮਜ਼ੋਰ ਹੈ, ਜਿਹਦੇ ਕਰਕੇ ਐਲਰਜੀ ਜ਼ਿਆਦਾ ਹੁੰਦੀਆਂ ਨੇ। ਸੋ ਐਲਰਜੀ ਦੇ ਲਈ ਕਿਉਂਕਿ ਹਰੇਕ ਬੰਦੇ ਨੂੰ, ਜਿਵੇਂ ਸੀਜ਼ਨ ਐਲਰਜੀ ਹੈ, ਬੰਦਿਆਂ ਨੂੰ ਜਦੋਂ ਗਰਮੀ ਆਉਂਦੀ ਹੈ ਉਹ ਜਿਹੜੇ ਪੀਲੇ ਪੀਲੇ ਜਿਹੇ ਫੁਲਕਾ ਦੇ ਉੱਤੇ ਹੁੰਦੇ ਨੇ, ਉਹਦੇ ਕਰਕੇ ਛਿੱਕਾਂ ਆਉਣ ਲੱਗ ਜਾਂਦੀਆਂ, ਅੱਖਾਂ 'ਚੋਂ ਪਾਣੀ ਵਗਣ ਲੱਗ ਜਾਂਦਾ ਹੈ, ਜਾਂ ਕਈ ਵਾਰੀ ਕੋਈ ਕੇਲੇ ਤੋਂ ਜਾਂ ਫਰੂਟ ਤੋਂ ਵੀ ਐਲਰਜੀ ਹੁੰਦੀ ਹੈ। ਸੋ ਵਧੀਆ ਗੱਲ ਹੈ ਵੀ ਤੁਸੀਂ BNC ਮੈਡੀਕਲ ਸੈਂਟਰ 'ਚ ਆ ਕੇ, ਨਾਲੇ ਹੈ ਵੀ 365 ਦੇ 365 ਦਿਨ ਖੁੱਲ੍ਹਾ, ਤੁਸੀਂ ਅਪਾਇੰਟਮੈਂਟ ਬਣਾ ਕੇ ਉੱਥੇ ਚੈੱਕ ਕਰਾ ਲਓ। ਜੇ ਬਾਕੀ ਜੇ ਤੁਸੀਂ 6-7 ਮਹੀਨੇ ਵੇਟ ਕਰਨੀ ਹੈ ਤਾਂ ਤੁਹਾਡੀ ਮਰਜ਼ੀ, ਠੀਕ ਹੈ ਨਾ। ਇਹਦੇ ਲਈ ਵੀ ਮੈਂ ਦੁਬਾਰਾ ਐਡ ਕਰੂੰਗੀ ਕਿ ਹਾਂ ਤੁਸੀਂ ਇਦਾਂ ਨਹੀਂ ਵਾਕ ਇਨ ਆ ਸਕਦੇ ਕਿ ਹਾਂ ਜੀ ਮੈਂ ਐਲਰਜੀ ਟੈਸਟ ਕਰਾਣਾ, ਮੇਰੀ ਅਪਾਇੰਟਮੈਂਟ ਬੁੱਕ ਕਰੋ। ਨਹੀਂ, ਤੁਹਾਨੂੰ ਪਹਿਲਾਂ ਡਾਕਟਰ ਨੂੰ ਦੇਖਣਾ ਪਏਗਾ, ਡਾਕਟਰ ਤੁਹਾਨੂੰ ਅਸੈਸ ਕਰਨਗੇ ਐਂਡ ਦੈਨ ਅਸੀਂ ਤੁਹਾਡਾ ਐਲਰਜੀ ਟੈਸਟ ਕਰਾਂਗੇ ਉਸ ਬੇਸ ਤੇ। ਕਿਉਂਕਿ ਕਈਆਂ ਨੂੰ ਕੀ ਹੁੰਦਾ ਸਿਰਫ ਹਾਂ ਮੈਂ ਪੀਨਟਸ ਤੋਂ ਐਲਰਜੀ, ਆਪਾਂ ਸਿਰਫ ਪੀਨਟ ਵਾਲਾ ਐਲਰਜੀ ਟੈਸਟ ਕਰਾਂਗੇ। ਕਈ ਕਹਿੰਦੇ ਨੇ ਮੈਨੂੰ ਕਈ ਸਾਰੇ ਸਿੰਪਟਮਸ ਆਉਂਦੇ, ਫਿਰ ਆਪਾਂ ਹਰੇਕ ਟਾਈਪ ਦਾ ਜਿਹੜਾ ਆਪਾਂ A ਤੋਂ ਲੈ ਕੇ G ਤੱਕ ਸਾਡੇ ਐਲਰਜੀ ਟੈਸਟ ਦੀ ਟਿਊਬਸ ਨੇ, ਅਸੀਂ ਉਹ ਕਰਾਂਗੇ, ਉਹਦੀ ਰੀਡਿੰਗ ਹੋਏਗੀ ਤੇ ਡਾਕਟਰ ਫਿਰ ਦੇਖਣਗੇ। ਪਰ ਇਹਦੇ ਵਿੱਚ ਜਿਹੜੇ ਤੁਸੀਂ ਟੈਸਟ ਕਰਦੇ ਹੋ ਪੇਸ਼ੈਂਟ ਨੂੰ ਕੋਈ ਪੇਮੈਂਟ ਕਰਨੀ ਪੈਂਦੀ ਹੈ ਕਿ ਇਟਸ ਕਵਰਡ ਬਾਈ ਦਾ ਗਵਰਨਮੈਂਟ? ਨਹੀਂ, ਇਟ ਇਜ਼ ਕਵਰਡ ਬਾਈ। ਓਕੇ, ਫਿਰ ਤਾਂ ਫ੍ਰੀ ਵਾਲਾ ਕੰਮ ਹੈ। ਪਰ ਇਹ ਆ ਕਿ ਕਈ ਵਾਰ ਇਦਾਂ ਹੁੰਦਾ ਕਿ ਪੇਸ਼ੈਂਟ ਉਦੋਂ ਆ ਜਾਂਦੇ ਵਾਕ ਇਨ 'ਚ, ਉਹ ਮੈਨੂੰ ਛਿੱਕਾਂ ਆਉਂਦੀਆਂ, ਮੇਰੀਆਂ ਐਲਰਜੀ ਟੈਸਟਿੰਗ ਕਰ ਦਿਓ। ਪਰ ਇਦਾਂ ਨਹੀਂ ਅਸੀਂ ਕਰ ਸਕਦੇ। ਛਿੱਕਾਂ ਆਉਣ ਦਾ ਕਾਰਨ ਕੁਝ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਹੋ ਗਈ। ਪਰ ਉਹਦੀ ਗੱਲ ਸਾਡੇ ਕੋਲੇ, ਤੁਸੀਂ ਦੋਨੇ ਇੰਡੀਅਨ ਹੋ, ਮੈਂ ਵੀ ਇੰਡੀਅਨ ਹਾਂ, ਤੁਹਾਨੂੰ ਪਤਾ ਹੀ ਹੈ ਵੀ ਸਾਡੀ ਇੱਕ ਪ੍ਰੋਬਲਮ ਹੈ ਵੀ ਅਸੀਂ ਇੰਡੀਆ 'ਚ ਪਹਿਲੀ ਗੱਲ ਤਾਂ ਅਸੀਂ ਸਾਰੇ ਹੀ ਡਾਕਟਰ ਹਾਂ, ਹੈ ਨਾ ਜੀ, ਤੇ ਸਾਰੇ ਹੀ ਡਾਕਟਰ ਹਾਂ। ਅਸੀਂ ਫਟਾਫਟ ਆਪ ਹੀ ਚਾਹੁੰਦੇ ਵੀ ਸਾਨੂੰ ਡਾਕਟਰ ਐਂ ਕਰਦੇ। ਸਾਡੇ ਕੋਲ ਵੀ ਆਉਂਦੇ ਨੇ, ਅੱਖਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਡਾਕਟਰ ਕੋਲ ਵੀ ਆਉਂਦੇ ਨੇ, ਡਾਕਟਰ ਨੂੰ ਕਹਿੰਦੇ ਨੇ ਆਹ ਲਿਖ ਦਿਓ ਜੀ ਦਵਾਈ ਮੇਰੀ, ਆਹ ਲਿਖ ਦਿਓ ਜੀ ਦਵਾਈ। ਫਿਰ ਜੇ ਉਹ ਦਵਾਈ ਲੈਂਦੇ ਨੇ ਫਿਰ ਤੁਹਾਨੂੰ ਰਾਏ ਵੀ ਦਿੰਦੇ ਨੇ ਵੀ ਨਹੀਂ ਇਹਦੇ ਨਾਲ ਤਾਂ ਤੁਸੀਂ ਸੌਂਫ ਖਾ ਲਓ, ਇਹਦੇ ਨਾਲ ਮੱਠੀ ਖਾ ਲਓ, ਇਹਦੇ ਨਾਲ ਉਹ ਕਰੋ। ਸੋ ਇਹ ਆਪਣੀ ਡਾਕਟਰੀ ਵੀ ਤੁਸੀਂ ਥੋੜੀ ਜਿਹੀ ਘਰੇ ਰੱਖਿਆ ਕਰੋ। ਜਦੋਂ ਆਪ ਤੇ ਪੈਂਦੀ ਹੈ ਫਿਰ ਅਸੀਂ ਕਹਿੰਦੇ ਕੋਈ ਹੋਰ ਡਾਕਟਰ ਆ ਜੇ, ਤੇ ਜਦੋਂ ਕਿਸੇ ਹੋਰ ਦੀ ਪ੍ਰੋਬਲਮ ਹੁੰਦੀ ਅਸੀਂ ਡਾਕਟਰ ਬਣ ਜਾਂਦੇ ਹਾਂ। ਸੋ ਇਹ ਸਾਨੂੰ ਕਨਸੈਪਟ ਆਪਣਾ ਚੇਂਜ ਕਰਨਾ ਪਊ। ਮੈਨੂੰ ਵੀ ਯਾਦ ਹੈ ਕਿ ਰੇਡੀਓ ਦੇ ਉੱਤੇ ਲਾਸਟ ਮੰਡੇ ਨੂੰ ਡਾਕਟਰ ਅੰਕੁਸ਼ ਗੋਇਲ ਹੁੰਦੇ ਨੇ, ਜਿਹੜੇ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ ਲਾਇਸੈਂਸ ਡਾਕਟਰ ਨੇ। ਸੋ ਉਹ ਲੋਕ ਚਾਹੁੰਦੇ ਨੇ ਐਲੋਪੈਥੀ ਦੇ ਮੁਤਾਬਕ ਐਕਸਪਰਟ ਡਾਕਟਰ ਦੀ ਰਾਏ ਲਈ ਜਾਵੇ। ਜਦੋਂ ਕੋਈ ਪੇਸ਼ੈਂਟ ਆ ਕੇ ਲਾਈਵ ਪੁੱਛਦੇ ਨੇ ਕੁਐਸਚਨ, ਉਹਨਾਂ ਦਾ ਜਵਾਬ ਦਿੰਦੇ ਨੇ ਮੈਡੀਕਲ ਦੇ ਤਰੀਕੇ ਨਾਲ, ਕਿਉਂਕਿ ਪ੍ਰੋਫੈਸ਼ਨ ਨੇ। ਪਰ ਸਾਨੂੰ ਕਈ ਵਾਰੀ ਰੇਡੀਓ ਦੇ ਵਿੱਚ ਲੋਕ ਆਪ ਹੀ ਆ ਕੇ ਸ਼ੁਰੂ ਕਰ ਦਿੰਦੇ ਨੇ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਹੱਲ ਕੀ ਹੈ, ਆਏ ਐਕਸਰਸਾਈਜ਼ ਕਰੋ, ਆਹ ਤੇਲ ਲਾ ਲਓ, ਬਾਲ ਝੜਨੇ ਬੰਦ ਹੋ ਗਏ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਜੇ ਤੁਹਾਡੇ ਕੋਲ ਡਾਕਟਰੀ ਦੀ ਹੈਗੀ ਤਾਂ ਲਾਇਸੈਂਸ ਹੈ ਫਿਰ ਗੱਲ ਕਰੋ, ਜੇ ਨਹੀਂ ਹੈਗੀ, ਜੋ ਲੋਕ ਤੁਹਾਨੂੰ ਪੁੱਛਦੇ ਹੀ ਨਹੀਂ ਸਵਾਲ ਤੇ ਤੁਸੀਂ ਆਪਣੇ ਧੱਕੇ ਨਾਲ ਹੀ ਗਾਂ 에ਅਰ ਤੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹੋ। ਸੋ ਕੋਸ਼ਿਸ਼ ਕਰੀਏ ਆਪਾਂ ਵੀ ਡਾਕਟਰੀ ਥੋੜੀ ਜਿਹੀ ਘਟਾਈਏ ਆਪਾਂ, ਤੇ ਜਿਹੜਾ ਬੰਦਾ ਐਕਸਪਰਟ ਹੈ ਉਹਦੀ ਆਪਾਂ ਰਾਏ ਲਈਏ। ਅੱਛਾ, ਸੋ ਹੁਣ ਮੈਨੂੰ ਥੋੜੀ ਜਿਹੀ ਦੱਸੋਗੇ, ਥੋੜੀ ਜਿਹੀ ਸਰੂ ਕੋਈ ਗੱਲ ਵੀ ਉੱਥੇ ਜੇ ਕਿਸੇ ਦੇ ਫਰਕ ਰੋ, ਕੋਈ ਹੱਡੀ ਪਸਲੀ ਟੁੱਟ ਗਈ ਜਾਂ ਕੋਈ ਖੂਨ ਨਿਕਲਣ ਲੱਗ ਜਾਂਦਾ ਕਿਸੇ ਪਾਸੇ, ਹੈ ਨਾ, ਕੋਈ ਸੱਟ ਸੁੱਟ ਲੱਗ ਗਈ, ਕੋਈ ਉਹਦਾ ਵੀ ਇੰਤਜ਼ਾਮ ਹੈਗਾ? ਹਾਂਜੀ, ਸਾਡੇ ਕੋਲ ਹੈਗਾ ਆ। ਜਿੱਦਾਂ ਕੋਈ ਫੋਰ ਐਗਜ਼ਾਮਪਲ ਕੋਈ ਪੇਸ਼ੈਂਟ ਆਂਦਾ, ਕੱਟ ਲਈ ਆਂਦਾ ਜਾਂ ਕੁਛ ਉਹਦੇ ਵੱਜ ਗਿਆ, ਕੁਛ ਹੋ ਗਿਆ, ਤੇ ਅਸੀਂ ਉਹਨਾਂ ਨੂੰ ਰਾਈਟ ਵੇ ਲੈਂਦੇ ਆ। ਫਿਰ ਅਸੀਂ ਚੈੱਕ ਕਰਦੇ ਆ, ਜੇ ਉਹਨਾਂ ਦੇ ਸਟਿਚਸ ਦੀ ਲੋੜ ਹੈ ਤੇ ਸਟਿਚਸ ਲਗਾਉਂਦੇ ਆ। ਜੇ ਸਟਿਚਸ ਕੱਟ ਜ਼ਿਆਦਾ ਡੀਪ ਨਹੀਂ ਹੈ ਤੇ ਸਾਡੇ ਕੋਲ ਗਲੂ ਦੀ ਵੀ ਫੈਸਿਲਿਟੀ ਆ, ਤੇ ਅਸੀਂ ਗਲੂ ਨਾਲ ਹੀ ਜੋੜ ਦਿੰਦੇ ਆ। ਤੇ ਉਸ ਤੋਂ ਬਾਅਦ ਡਰੈਸਿੰਗ ਚੇਂਜ ਲਈ ਵੀ ਉਹ ਪੇਸ਼ੈਂਟ ਉੱਥੇ ਆ ਸਕਦਾ। ਓਕੇ, ਸੋ ਇੰਦਰ ਕਿ ਮੈਨੂੰ ਦੱਸੋ, ਟਾਈਮ ਮੈਨੂੰ
ਮੈਨੂੰ ਇਸ਼ਾਰਾ ਹੋ ਗਿਆ ਵੀ ਟਾਈਮ ਆਪਣੇ ਕੋਲੇ ਫੇਰ ਉਹੀ 2 ਮਿੰਟ ਹੀ ਨੇ। ਹਾਂਜੀ। ਸੋ ਇਸ ਕਰਕੇ ਤੁਸੀਂ ਮੈਨੂੰ ਦੱਸੋ ਵੀ ਮੈਂ ਜਦੋਂ ਕਈ ਵਾਰੀ ਨਿਕਲਦਾ ਉੱਥੇ ਲਿਖਿਆ ਹੁੰਦਾ ਤੁਹਾਡੇ ਐਗਜ਼ਾਮੀਨੇਸ਼ਨ ਰੂਮ ਨੰਬਰ 1 2 3 4 5 6 ਹਾਂਜੀ। ਤੇ ਇੱਕ ਥਾਂ ਤੇ ਲਿਖਿਆ ਹੁੰਦਾ ਫਾਸਟ ਟਰੈਕ। ਹਾਂਜੀ। ਹਾਂਜੀ, ਉਹ ਫਾਸਟ ਟਰੈਕ ਕੀ ਬੁਲਾ ਦਾ ਨਾ? फास्ट ट्रैक इज द बेस्ट सूटेबल फैसिलिटी ऑफ BNC अर्जन के नॉट बिकॉज कि मैं मैनेजर हाँ क्लिनिक ਦੀ ਇਸ ਲਈ ਕਹਿ ਰਹੀ ਹਾਂ ਬਟ ਆਈ ਰੀਲੀ ਲਾਈਕ ਦਿਸ ਫੈਸਿਲਿਟੀ। ਜਿਵੇਂ ਹੁਣ ਪੇਸ਼ੈਂਟ ਕੀ ਆਇਆ ਸਾਡੇ ਕੋਲ, ਮੈਨੂੰ ਵਿਟਾਮਿਨਸ ਦੀ ਪ੍ਰਿਸਕ੍ਰਿਪਸ਼ਨ ਚਾਹੀਦੀ ਹੈ, ਮੈਨੂੰ ਬਲੱਡ ਪ੍ਰੈਸ਼ਰ ਦੀ ਮੈਡੀਸਿਨ ਦੀ ਪ੍ਰਿਸਕ੍ਰਿਪਸ਼ਨ ਚਾਹੀਦੀ ਹੈ, ਫਲਾਣੀ ਚੀਜ਼ ਦੀ ਪ੍ਰਿਸਕ੍ਰਿਪਸ਼ਨ ਚਾਹੀਦੀ ਹੈ, ਜਸਟ ਉਹਦੀ 1 ਮਿੰਟ ਦੀ ਵਿਜ਼ਿਟ ਹੈ। ਇਨਸਟੈਡ ਆਫ ਵੇਟਿੰਗ ਫॉर 25 to 30 ਮਿੰਟਸ ਅਸੀਂ ਕੀ ਕਰਦੇ ਹਾਂ, ਕੁਇਕਲੀ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ, ਉਹ ਡਾਕਟਰ ਨੂੰ ਮਿਲਦੇ ਨੇ, ਵਿਦਿਨ 45 ਸੈਕਿੰਡਸ ਪ੍ਰਿਸਕ੍ਰਿਪਸ਼ਨ ਲੈ ਕੇ ਉਹ ਚਲੇ ਜਾਂਦੇ। ਦਿਸ ਇਜ਼ ਦ ਬੈਸਟ ਥਿੰਗ ਆਈ ਨੋ ਅਬਾਊਟ BNC। ਇਹ ਕਿਉਂਕਿ ਮੈਨੂੰ ਯਾਦ ਹੈ ਵੀ ਜਦੋਂ ਡਾਕਟਰ ਅੰਕੁਸ਼ ਉੱਥੇ ਅਮਰੀਕਾ ਦੇ ਵਿੱਚ ਸੀ, ਉੱਥੇ ਹਸਪੀਟਲ ਦੇ ਵਿੱਚ ਸੀਗੀ, ਔਰ ਉਹ ਬੜੀ ਇਹਨਾਂ ਨੇ ਉਹਦੇ ਉੱਤੇ ਰਿਸਰਚ ਕੀਤੀ ਵੀ ਜਿਹੜੇ ਬੰਦੇ ਰੈਗੂਲਰ ਪ੍ਰੋਬਲਮ ਵਾਲੇ ਨੇ, ਕਿਉਂਕਿ ਕਿਸੇ ਨੂੰ ਤਾਂ ਪਤਾ ਨਹੀਂ ਜੇ ਨੰਬਰ ਲਾਈ ਚੱਲੀਏ ਤਾਂ ਜਿਹੜਾ 1 ਮਿੰਟ ਵਾਲਾ ਉਹਨੂੰ ਹੋ ਸਕਦਾ 2 ਘੰਟੇ ਵੇਟ ਕਰਨੀ ਪੈਂਦੀ, ਤੇ ਜਿਹੜੇ 1 ਮਿੰਟ ਵਾਲੇ ਨੂੰ ਛੇਤੀ ਨਿਬੜ ਜਾਣਗੇ, ਦੂਜਿਆਂ ਨੂੰ ਵੱਧ ਟਾਈਮ ਵੀ ਮਿਲ ਜੂ, ਉਹਨਾਂ ਦਾ ਵੀ ਕੰਮ ਛੇਤੀ ਹੋ ਜਾਊਗਾ। ਸੋ ਇਹਦਾ ਮਤਲਬ ਪਰ ਇਹ ਵੀ ਨਹੀਂ, ਮੇਰੇ ਖਿਆਲ ਡਾਕਟਰ ਅੰਕੁਸ਼ ਇਸ ਗੱਲ ਨੂੰ ਵੀ ਨਹੀਂ ਲਾਈਕ ਕਰਦੇ ਵੀ ਤੁਸੀਂ ਕਹਦੋ ਨਹੀਂ ਜੀ ਮੈਂ ਤਾਂ 1 ਮਿੰਟ ਦੀ ਗੱਲ ਕਰਨੀ ਹੈ, ਤੇ ਅੰਦਰ ਜਾ ਕੇ ਤੁਸੀਂ ਪੁੱਛੋ ਵੀ ਡਾਕਟਰ ਸਾਹਿਬ ਤੁਸੀਂ ਵਿਆਹੇ ਵੀ ਹੋ ਕਿ ਨਹੀਂ ਵਿਆਹੇ ਹੋਏ, ਇਹਦਾ ਕੀ ਗੱਲ ਹੈ। ਇਹੋ ਜਿਹੀਆਂ ਗੱਲਾਂ ਮੇਰੇ ਖਿਆਲ ਸਾਨੂੰ ਮੈਡੀਕਲ ਸੈਂਟਰ 'ਚ ਨਹੀਂ ਕਰਨੀਆਂ ਚਾਹੀਦੀਆਂ। ਔਰ ਜੇ ਡਾਕਟਰ ਚੰਗਾ ਹੈ ਤਾਂ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਐਵੇਂ ਹੀ ਟਾਈਮ ਲਾਓ ਜੋ ਡਾਕਟਰ ਦੀ ਤਾਰੀਫ ਕਰੀ ਚਲੋ। ਤੁਹਾਨੂੰ ਇਹ ਨਹੀਂ ਪਤਾ ਕਿ ਬਾਹਰ ਬੰਦੇ ਬੈਠੇ ਨੇ, ਉਸ ਟਾਈਮ ਤੁਹਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਮੈਡੀਕਲ ਨਾਲ ਕੰਸਰਨ ਦੀ ਗੱਲ ਕਰੀਏ, ਸ਼ਾਰਟ ਕਰੀਏ, ਕਿਤੇ ਇਹ ਨਾ ਹੋਵੇ ਵੀ ਜਦੋਂ ਅਸੀਂ ਲੰਬੀਆਂ ਪਾਈਏ ਨੇ ਫਿਰ ਡਾਕਟਰ ਦਾ ਐਕਸਪੀਰੀਅੰਸ ਹੋ ਜਾਂਦਾ, ਫਿਰ ਉਹ ਤੁਹਾਡੀ ਗੱਲ ਪੂਰੀ ਸੁਣਦੇ ਵੀ ਨਹੀਂ। ਜਦੋਂ ਕਿ ਤੁਸੀਂ ਅਕਸਰ ਕੰਪਲੇਂਟ ਕਰਦੇ ਹੋ ਵੀ ਉਧਰੋਂ ਡਾਕਟਰ ਨੂੰ ਤੁਸੀਂ ਪ੍ਰੋਬਲਮ ਹੀ ਦੱਸ ਰਹੇ ਹੋ, ਉਹ ਪਰਚੀ ਲਿਖ ਕੇ ਦੇ ਚਲੇ ਜਾਂਦਾ, ਉਹਦਾ ਕਾਰਨ ਅਸੀਂ ਆਪ ਹੀ ਹੁੰਨੇ ਆ, ਕਿਉਂਕਿ ਅਸੀਂ ਲੰਬੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਡਾਕਟਰ ਬਹੁਤ ਚੰਗਾ ਹੈ, ਜਿਵੇਂ ਕਿ ਸਾਡੇ BNC ਮੈਡੀਕਲ ਸੈਂਟਰ 'ਚ ਹੈਗੇ ਨੇ ਡਾਕਟਰ ਅੰਕੁਸ਼, ਉਹ ਵਿਚਾਰੇ ਕਿਸੇ ਨੂੰ ਜਵਾਬ ਨਹੀਂ ਦਿੰਦੇ, ਤੇ ਸਾਡੀ ਵੀ ਕੋਈ ਡਿਊਟੀ ਬਣਦੀ ਹੈ ਵੀ ਅਸੀਂ ਉਹਨਾਂ ਨੇ ਸ਼ਾਰਟਕਟ ਰੱਖੀ ਹੈ, ਐਵੇਂ ਲੰਮੀਆਂ ਕਹਾਣੀਆਂ ਪਾ ਕੇ ਪੁੱਛਣ ਲਈ, ਕਿਉਂਕਿ ਇੰਟੈਰੀਓ ਗਵਰਨਮੈਂਟ ਹੈਲਥ ਡਿਪਾਰਟਮੈਂਟ ਇੱਕ ਟਾਈਮ ਤੇ ਇੱਕ ਪ੍ਰੋਬਲਮ ਦੱਸਦੇ ਨੇ। ਜਦੋਂ ਅਸੀਂ ਇੱਕ ਪਹਿਲਾਂ ਦੱਸ ਕੇ ਹਟੇ ਹਾਂ, ਫਿਰ ਦੂਜੀ, ਫਿਰ ਤੀਜੀ ਵੀ ਡਾਕਟਰ ਨੂੰ ਦੱਸੀ ਚਲੋ। ਉਹਨਾਂ ਨੂੰ ਦੂਜੇ ਪੇਸ਼ੈਂਟਾਂ ਦਾ ਵੀ ਖਿਆਲ ਰੱਖਣਾ ਚਾਹੀਦਾ, ਤੇ ਨਾਲ ਇਹ ਨਾ ਹੋਵੇ ਕਿ ਡਾਕਟਰ ਜਿਹੜਾ ਚੰਗਾ ਹੈ ਕੱਲ ਨੂੰ ਤੁਸੀਂ ਕਹੋ ਵੀ ਡਾਕਟਰ ਹੁਣ ਥੋੜਾ ਚੇਂਜ ਹੋ ਗਿਆ। ਸੋ ਚੇਂਜ ਅਸੀਂ ਆਪ ਹੀ ਕਰਦੇ ਹਾਂ। ਸੋ ਸਰੂ ਤੇ ਇੰਦਰ ਥੈਂਕ ਯੂ ਵੈਰੀ ਮੱਚ। ਆਪਾਂ ਇਹ ਤੇ ਮੇਰੇ ਖਿਆਲ 'ਚ ਜਿੰਨਾ ਕੁ ਤੁਸੀਂ ਘਬਰਾਉਂਦੇ ਸੀ ਕੋਈ ਐਜੀ ਗੱਲ ਹੋਈ ਨਹੀਂ ਹੈ, ਪ੍ਰੋਗਰਾਮ ਆਪਣਾ ਵਧੀਆ ਹੋ ਗਿਆ, ਤੁਸੀਂ ਬੜੇ ਵਧੀਆ ਤਰੀਕੇ ਨਾਲ ਆਨਸਰ ਕੀਤਾ, ਤੇ ਹੋਪਫੁਲੀ ਜਿਹੜੇ ਸਾਡੇ ਦਰਸ਼ਕ ਸੁਣਦੇ ਹੋਣਗੇ ਉਹ ਤੁਹਾਡਾ ਸੁਣ ਕੇ ਤੁਹਾਡੇ ਕੋਲ ਜਿਹੜੀ ਐਕਸਪਰਟਿਜ਼ ਹੈ ਉਹਨਾਂ ਦਾ ਫਾਇਦਾ ਉਠਾਉਣਗੇ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮਚ।